गुरु सत कव नल कहै, जिन गुरु ना देखियो नहुं कियो। ते अकियथ संसार में है, हुमारा कसे साहे आयद बोलेर। बरो दस्त दारद न जागो दलेर। कसे पुष्ट उफतद पसे शेर नर। नगीरद बोझो मेशो आहू गुजर। तेग बहादुर परम किरपाला। श्री गुरु गोबिंद सिंह बेसाला। तरो तरा पर पुन पुन सीसा। बंदों बार बार जगदीसा। जिसमें अमृत ज्ञान है, मानक भगत वैराग। गुरु ग्रंथ साहिब उदद, बंदों कर अनुराग। चवर छतर तख्त दे मालक साहिब श्री गुरु ग्रंथ साहिब जी की पवित्र गोद विच विराजमान गुरु प्यारी खालसा साध संगत जी फतेह प्रवान करो। वाहिगुरु जी का खालसा, वाहिगुरु जी की फतेह। धन धन श्री गुरु ग्रंथ साहिब सच्चे पातशाह जी दे छत्र छाया हेठ मेरी पीरी दे मालक छठम पीर बैठा गुरु भारी। धन धन श्री गुरु हरगोबिंद साहिब जी दे भगती अते शक्ति दे सिद्धांत नूं याद करदिआं आप न्यूजीलैंड दीआं सरबत संगतां वल्लों ये गुरमत समागम उचेचे तौर ते रखे गए हैं। साहिबे कमाल श्री गुरु गोबिंद सिंह साहिब सच्चे पातशाह जी की पवित्र बाणी नितनेम की तीसरी बाणी वैराग की बाणी त्वै प्रसाद सवैये जो आप संगतां दे दरम्यान कथा विचार चल रही है। बिरतियां नूं एकाग्रता बख्श के सरवण करो जी। सतनाम श्री वाहिगुरु साहिब जी। तीरथ नान दया दम दान सो संजम नेम अनेक बिसेखै। वेद पुराण कुतिब कुरान जमीन जमान सुबान के पेखै। पौन आहार जति जत धार सभै सो विचार हजारक देखै। श्री भगवान भजे बिन भूपत एक रति बिन एक न लिखै। अपने जीवन नूं सफला करन दे लई हर एक बंदा धर्म ते कर्म करदा है। परमात्मा की बंदगी करदा है, उहदे नाम ते कई धर्म कर्म करदा है। ते कई बार ऐसे भी गुरमुख प्यारे मिल पैंदे ने, कहिंदे जी गुरु घर जाण दी लोड़ नहीं है। खांडे दी पौल दी भी लोड़ नहीं है, नितनेम करन दी भी लोड़ नहीं है। ते जे पुछीए भाई क्यों है जी, मन साफ साडा। ते जे पुछीए भी किन्ना ने आख्या, कोई महापुरुष ने आख्या होना।
ਤੇ ਜਾਂ ਕੋਈ ਕੈਮਰਾ ਇਦਾਂ ਦਾ ਵੀ ਜਿਹੜਾ ਮਨ ਸਾਫ਼ ਦੱਸ ਦਿੰਦਾ ਹੈ, ਜਾਂ ਗੁਰੂ ਸਾਹਿਬ ਨੇ ਦਿਦਾਰੇ ਦਿੱਤੇ ਵੀ ਤੈਨੂੰ ਆਖਿਆ ਹੈ, ਨਿਰਣਾ ਕਿਹਨੇ ਕੀਤਾ ਵੀ ਮਨ ਸਾਫ਼ ਹੈ? ਬਸ ਕਹਿੰਦਾ ਆਪਾਂ ਨੂੰ ਪਤਾ ਹੈ ਆਪਣਾ ਸਾਫ਼ ਹੈ। ਮਨ ਸਾਫ਼ ਹੈ, ਨਾ ਨਿਤਨੇਮ ਦੀ ਕਹਿੰਦਾ ਲੋੜ ਹੈ, ਨਾ ਚੌਂਕੜੇ ਦੀ ਲੋੜ ਹੈ, ਨਾ ਬੰਦਗੀ ਦੀ ਲੋੜ ਹੈ, ਨਾ ਸੇਵਾ ਦੀ ਲੋੜ ਹੈ, ਨਾ ਸਿਮਰਨ ਦੀ ਲੋੜ ਹੈ, ਨਾ ਗੁਰੂ ਘਰ ਆਉਣ ਦੀ ਲੋੜ ਹੈ। ਮਨ ਸਾਫ਼ ਹੈ, ਤੇ ਜਿਹੜਾ ਹੈ ਹੀ ਸਾਫ਼ ਹੈ ਉੱਥੇ ਨਾ ਚੰਗਾ ਨਾ ਮੰਦਾ ਕੱਖ ਵੀ ਨਹੀਂ। ਮੰਦਾ ਕੀਤਾ ਤੇ ਸਜ਼ਾ ਹੈ, ਚੰਗਾ ਕੀਤਾ ਤੇ ਵਡਿਆਈ ਹੈ। ਆਪਣੇ ਕੋਲ ਦੋਵੇਂ ਪੱਖ ਹੀ ਹੈ ਨਹੀਂ। ਇੱਕ ਮੈਂ ਤੁਹਾਨੂੰ ਉਦਾਹਰਣ ਦਵਾਂ ਜਿਹੜੇ ਮਨ ਸਾਫ਼ ਲੈ ਕੇ ਬੈਠੇ ਨੇ। ਵੈਸੇ ਤੇ ਜਿਹੜੇ ਗੁਰੂ ਗ੍ਰੰਥ ਸਾਹਿਬ ਵਿੱਚ 15 ਭਗਤ ਬੈਠੇ ਨੇ, ਇਹਨਾਂ ਚੌਂਕੜਾ ਮਾਰ ਕੇ ਹੀ ਵਡਿਆਈ ਖੱਟੀ ਹੈ। ਇਹਨਾਂ ਨਹੀਂ ਸੀ ਆਖਿਆ ਵੀ ਮਨ ਸਾਫ਼ ਹੈ, ਸਾਨੂੰ ਲੋੜ ਨਹੀਂ ਚੌਂਕੜਾ ਲਾਉਣ ਦੀ। ਤੇ ਜੇ ਮਨ ਸਾਫ਼ ਤੱਕ ਹੀ ਬੈਠੇ ਰਹਿੰਦੇ ਤੇ ਫਿਰ ਇਹਦੀ ਗੋਦ ਵਿੱਚ ਜਗ੍ਹਾ ਨਹੀਂ ਸੀ ਮਿਲਣੀ, ਗੁਰੂ ਗ੍ਰੰਥ ਸਾਹਿਬ ਦੀ ਗੋਦ 'ਚ ਜਗ੍ਹਾ ਨਹੀਂ ਸੀ ਮਿਲਣੀ। ਇੱਕ ਕਿਸਾਨ ਹੈ, ਉਹਨੇ ਕੀ ਕੀਤਾ ਵੀ ਪੈਲੀ ਪੁਲੀ ਚੰਗੀ ਵਾਹੀ, ਚੰਗੀ ਤਰ੍ਹਾਂ ਪੈਲੀ ਵਾਹੀ, ਕੋਈ ਗੰਦ ਨਹੀਂ ਛੱਡਿਆ, ਕੋਈ ਘਾਹ ਨਹੀਂ ਛੱਡਿਆ, ਕੋਈ ਬੂਟੀ ਨਹੀਂ ਛੱਡੀ, ਕੱਖ ਪੈਦਾ ਨਹੀਂ ਹੋਣ ਦਿੰਦਾ, ਐਨ ਸਾਫ਼ ਰੱਖਦਾ ਪੈਲੀ ਨੂੰ। ਤੇ ਕਹਿੰਦਾ ਜੀ ਮੇਰੀ ਜ਼ਮੀਨ ਸਾਫ਼ ਹੈ। ਤੇ ਕਮਲਾ ਬੰਦਾ ਸਾਫ਼ ਸਫਾਈ 'ਚ ਹੀ ਰਹਿ ਗਿਆ, ਵੱਤਰ ਲੰਘ ਗਿਆ ਤੇ ਬੀਜਿਆ ਕੱਖ ਵੀ ਨਾ। ਸਫਾਈ ਬੜੀ ਕੀਤੀ ਹੈ, ਪੈਲੀ ਬੜੀ ਚੰਗੀ ਤਰ੍ਹਾਂ ਵਾਹੀ ਹੈ, ਖੇਤ ਚੰਗੀ ਤਰ੍ਹਾਂ ਵਾਹੇ ਨੇ, ਬੀਜ ਬੀਜਿਆ ਹੀ ਨਾ ਸਮਾਂ ਗੁਜ਼ਰ ਗਿਆ। ਔਰ ਆਂਢੀਆਂ ਗਵਾਂਢੀਆਂ ਨਾਲੋਂ ਫਸਲ ਹੋ ਸਕਦਾ ਸੀ ਵੱਧ ਹੁੰਦੀ, ਜ਼ਮੀਨ ਸਾਫ਼ ਸੀ ਜੇ ਬੀਜ ਲੈਂਦਾ ਤੇ। ਤੋ ਕਈ ਮੇਰੇ ਵਰਗਿਆਂ ਵਿਚਾਰਿਆਂ ਨੇ ਪੈਲੀ ਵੀ ਨਾ ਵਾਹੀ, ਬੁੱਥਿਆਂ ਦੀ ਛਿੱਟਾ ਦੇ ਦਿੱਤਾ ਤੇ ਕਣਕ ਉੱਗ ਪਈ। ਇਹ ਸਾਫ਼ ਕਰਦਾ ਹੀ ਰਹਿ ਗਿਆ, ਕੋਈ ਪੈਲੀ ਸਾਫ਼ ਹੈ, ਨਾਰੇ ਲਾਈ ਗਿਆ, ਮਨ ਸਾਫ਼ ਹੈ, ਜ਼ਮੀਨ ਸਾਫ਼ ਹੈ, ਬੀਜਿਆ ਕੱਖ ਹੈ ਹੀ ਨਾ। ਤੇ ਕੀ ਹੱਥ ਲੱਗਾ ਦੱਸੋ? ਮਾੜੀ ਵੀ ਉੱਗ ਪੈਂਦੀ, ਕੁਝ ਨਾ ਕੁਝ ਘਰ ਤੇ ਲੈ ਜਾਂਦਾ, ਕੋਈ ਫਲ ਥੋੜਾ ਲੱਗ ਜਾਂਦਾ, ਵੱਡੀ ਗੱਲ ਸੀ। ਵੀ ਜ਼ਰੂਰੀ ਨਹੀਂ ਵੀ ਸੰਤ ਅਤਰ ਸਿੰਘ ਜਿੰਨਾ ਹੀ ਲੱਗਣਾ, ਕੁਝ ਨਾ ਕੁਝ ਤੇ ਲੱਗ ਜਾਂਦਾ ਨਾ, ਜੇ ਥੋੜੀ ਘੱਟ ਵੀ ਉੱਗ ਪੈਂਦੀ ਤੇ। ਬੀਜਿਆ ਹੀ ਕੱਖ ਨਾ, ਬਸ ਸਫਾਈ ਤੇ ਬੈਠਾ ਰਿਹਾ, ਕੱਖ ਨਹੀਂ ਪੈਦਾ ਹੋਇਆ, ਕੁਝ ਪ੍ਰਾਪਤ ਨਹੀਂ ਹੋਇਆ। ਕਈ ਪ੍ਰਕਾਰ ਦੇ ਨਾਲ ਪੁੱਠੀ ਵਾਹੀ, ਮਿੱਟੀ ਨੂੰ ਪੁੱਟਿਆ, ਸਾਫ਼ ਸੁਥਰਾ ਕੀਤਾ ਹੈ, ਗੰਦ ਮੰਦ ਕੱਢਿਆ ਗਿਆ, ਪਰ ਸਿਮਰਨ ਨਹੀਂ ਬੀਜਿਆ, ਬੀਜ ਨਹੀਂ ਬੀਜਿਆ। ਮਿਲਦਾ ਕੀ? ਜਿਹੜਾ ਬੰਦਾ ਮਨ ਸਾਫ਼ ਲੈ ਕੇ ਬੈਠਾ ਹੈ, ਜੇ ਸੇਵਾ ਸਿਮਰਨ ਦਾ ਪ੍ਰੇਮ ਦਾ ਬੀਜ ਨਹੀਂ ਬੀਜਦਾ, ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਧਿਆਨ ਦੇ, ਤੇਰਾ ਹਸ਼ਰ ਉਸ ਧਰਤੀ ਵਰਗਾ ਹੋਣਾ, ਜੈਸੇ ਧਰਤੀ ਸਾਧ ਹੈ ਬਹੁ ਬਿਦ, ਬਿਨ ਬੀਜੈ ਨਹੀਂ ਜਾਮੈ। ਜੈਸੇ ਧਰਤੀ ਸਾਧ ਹੈ ਬਹੁ ਬਿਦ, ਬਿਨ ਬੀਜੈ ਨਹੀਂ ਜਾਮੈ। ਧਰਤੀ ਤੇ ਬੜੀ ਤੂੰ ਸਾਧੀ ਹੈ, ਜ਼ਮੀਨ ਨੂੰ ਬੜੇ ਤਰੀਕਿਆਂ ਨਾਲ ਤਿਆਰ ਕੀਤਾ, ਸਾਫ਼ ਸਫਾਈ ਤੂੰ ਕੀਤੀ ਹੈ, ਤੇ ਕਮਲੇ ਬੰਦੇ ਨੇ ਬੀਜਿਆ ਕੱਖ ਵੀ ਨਾ। ਤੇ ਕਹਿੰਦੇ ਨੂੰ ਉੱਗੇਗਾ ਕੀ ਦੱਸ? ਆਂਢੀਆਂ ਗਵਾਂਢੀਆਂ ਦੀ ਚੰਗੀ ਮੰਦੀ ਉੱਗ ਪਈ, ਮੰਡੀ 'ਚ ਲੈ ਗਏ, ਕੁਝ ਨਾ ਕੁਝ ਘਰ ਹੀ ਲਿਆਏ ਨੇ, ਤੇ ਯਾਰ ਉਹਨਾਂ ਦੇ ਭੜੋਲੇ ਖਾਲੀ ਵੀ ਬੀਜਿਆ ਹੀ ਕੱਖ ਨਹੀਂ ਹੈ, ਬੀਜਿਆ ਹੀ ਕੱਖ ਨਹੀਂ ਆ। ਹੁਣ ਵੱਢੇਗਾ ਕੀ? ਰਾਮ ਨਾਮ ਬਿਨ ਮੁਕਤ ਨਾ ਹੋਈ ਹੈ, ਟੂਟੈ ਨਾਹੀ ਅਭਿਮਾਨ ਹੈ। ਜਿਹਨੇ ਨਾਮ ਨਹੀਂ ਜਪਿਆ ਉਹਨੂੰ ਮੁਕਤੀ ਦਾ ਫਲ ਨਹੀਂ ਮਿਲੇਗਾ। ਧਰਤੀ ਸਾਫ਼ ਲੈ ਕੇ ਬੈਠਾ, ਮਨ ਸਾਫ਼ ਲੈ ਕੇ ਬੈਠਾ, ਪਾਤਸ਼ਾਹ ਕਹਿੰਦੇ ਕੁਝ ਪੱਲੇ ਨਹੀਂ ਜੇ ਪੈਣਾ। ਠੀਕ ਹੈ, ਤੇਰਾ ਮਨ ਸਾਫ਼ ਹੈ, ਸੇਵਾ ਸਿਮਰਨ ਬੀਜਣਾ ਕਰ, ਤੇ ਜੇ ਸੇਵਾ ਸਿਮਰਨ ਨਹੀਂ ਬੀਜੇਗਾ, ਰਾਮ ਦੇ ਨਾਮ ਦਾ ਚੌਂਕੜਾ ਨਹੀਂ ਮਾਰੇਗਾ, ਸਾਫ਼ ਦਾ ਤੂੰ ਲੱਖ ਮਾਣ ਚੁੱਕੀ, ਫਿਰ ਕੱਖ ਪੱਲੇ ਨਹੀਂ ਪੈਣਾ।
इत्थे बड़ियां बंजर धरतियां पईयां ने, साफ बड़ियां ने, कोई नहीं पुछदा। पातशाह कहंदे ने नाम बीज, मन तेरा बड़ा साफ है, रहण दे नूं जिथे हैगा है। ये जिन्ना मर्जी साफ है, जिन्ना चिर नाम सिमरन नहीं करता, खेत बड़े साफ सी, कख पैदा नहीं होया, कुछ पैदा नहीं होया। गुरु घर आ, सिमरन कर, सेवा कर, चौंकड़ा ला, फिर ते कोई प्राप्ति है। ते जे मन साफ दे तू नारे लाई जावें ते पल्ले कख नहीं पैना। एडे एडे महात्मा महापुरुष दुनिया ते आए। हुण फरीद जी कहंदे ने भी नमाज नहीं भंग होनी चाहिए, ते जे भंग हो गई तो कुत्ता लफ्ज वरतिया उन्होंने। उठ फरीदा उजू साज सुबह नवाज, कहंदे उठ उठ तड़के उठ, नमाज पढ़ अपनी, क्योंकि मुसलमान ने, सिमरन कर, रब ने बड़ा कुछ दिता है, उहदा शुक्रिया अदा कर। बंदा करदा नहीं है। तो जे फरीद होनी नमाज ही ना पढ़ते भी मन साडा साफ है, तो फिर खुश ही सी, इत्थे जगह नहीं सी मिलनी। चौंकड़ा लाउणा पैना, मुशक्कत घालनी पैनी है, बाणी पढ़नी पैनी है। हुण जीवन नूं सफलियां करन दा साधन ये सी, सेवा ते सिमरन, प्रभु दे प्रति प्रेम ते भावना। जिथे प्रेम होवे मुट्ठी चापी सेवा उत्थे ही हुंदी है, जिथे प्रेम होवे सिमरन उत्थे ही है, याद उहदी आउंदी है जिथे प्रेम है। ते जिहदे नाल प्यार नहीं वो याद नहीं आउंदा। जिथे प्रेम है याद उत्थे टिकी हुई है। जे नितनेम करदा है तो मतलब है गुरु नानक साहब नाल प्रेम है। जे नितनेम नहीं हो रहा तो मतलब है भी नहीं, लिबास तो ठीक है पाया है, पर प्रेम नहीं है गुरु नानक साहब नाल। जिहदे नाल प्रेम है वो चेते आ जाता है। हुण कईयां ने मन साफ दा नारा ते लाया, धरती धुरती वाही, कर्म धर्म भी कीते, तीर्थां ते भी गए, मंदिरां मस्जिदां ते भी चलो चले गए, बीज वाली दुकान ते भी चले गए, तो बीज फिर कोई ना खरीदिया। गए ते है, जिद्दां दे गए उदां दे ही आ गए। गुरु नानक साहब दे पासों ना कोई सिੱਖਿਆ ਲਈ, ना बाणी नूं हिरदे विच धारिया, ना सेवा चों ही कुछ लभ्या। जदों कोई फसल पैदा ना होवे ते मतलब भी कोई रोग है वड्डा, ते कई इदां दे कीट पैदा हो जाते ने जिहड़े जड़ों ही लै जाते ने फसल नूं। कई ते मन साफ ते बैठे रहे, कर्म धर्म कीता ही ना गया, ते कई करन आए, उन्हां दी फिर बना हो गई। फिर कोई सुंडी इदां दी पै गई जिहड़ी फसल ही खा गई। आए ते सी, गिणतियां वध गईयां जी। 25 दिन हो गए अज सेवा करदिआं गुरु घर। कोई आंदा मैं 21 वार गंगा गया, बामण अपने नारे लाई जांदा है। कोई आंदा इन्ने दिनों तो लगातार मैं दर्शन करता रहा। वो हंकार दी सुंडी पै गई फसल नूं, मैं दी बीमारी पै गई फसल नूं। ते जदों हंकार पैदा हो जावे ना, कहंदे जन्मां जन्मांतरां दी फसल उगी भी उजाड़ दिंदा है। गुरु साहब कहंदे ते कोई वड्डी गल नहीं है, तू छोटे मोटे कर्म धर्म करदा, तू गंगा चलिया जाना है, ते छोटे मोटे कर्म धर्म करके अवल ते करदा नहीं, जे करदा ते तू हंकार चुकी फिरदा है। ते जे पातशाह कहंदे तू हंकार चुकी फिरदा है छोटे मोटे कर्मां दा, ते भावें इन्हां कर्मां नालों तू महान कर्म भी कोई कर लवें, जे हंकार दा किणका आ गया ते फिर भी तैनूं मुक्ति नहीं है। हुण कर्म धर्म उदों किहड़े कीते जांदे सी? ब्राह्मण की करते सन, की करवाते सन? तीर्थां ते जाना है, ते तीर्थ ते जाके की कीता? गंगा ते नहा लई। ते हुण तीर्थां ते जाके तन दा इशनान कराया, चौंकड़ा ला के रब नूं ते चेते ना कीता। असीं गुरु घर कई बार जाने हैं, तरन तारण साहब चले जाओ, हरमंदर साहब चले जाओ, इशनान कीता है, और उस अमृत विच इन्नी बरकत है, इन्नी किरपा है भी तन दे रोग भी उड़ा दिंदा है।
ਉਹ ਤੇ ਠੀਕ ਹੈ, ਪਰ ਉੱਥੇ ਜਾ ਕੇ ਬਾਣੀ ਆਪਾਂ ਪੜ੍ਹੀ ਨਾ। ਤਨ ਦਾ ਇਸ਼ਨਾਨ ਕੀਤਾ ਹੈ, ਮਨ ਦਾ ਇਸ਼ਨਾਨ ਬਾਣੀ ਨਾ ਕਰਾਇਆ ਹੀ ਨਾ, ਉਧਰ ਆਪਾਂ ਧਿਆਨ ਦਿੱਤਾ ਹੀ ਨਾ। ਤੇ ਮੈਂ ਕਈ ਇੱਦਾਂ ਦੇ ਵੀ ਵੇਖੇ ਨੇ ਇਸ਼ਨਾਨ ਕਰਨ ਗਏ, ਉਹਨਾਂ ਦੀ ਅੱਖ ਹੀ ਚੰਗੇ ਤੌਲੀਏ ਤੇ ਹੁੰਦੀ ਵੀ ਨਵਾਂ ਤੌਲੀਆ ਹੀ ਖੜਾਂਗੇ, ਮੱਸਿਆ ਆਏ ਆ। ਕੋਈ ਵਿਚਾਰੇ ਚੁੱਕ ਕੇ ਭੱਜ ਜਾਂਦਾ, ਕੋਈ ਚੰਗਾ ਜੋੜਾ ਚੁੱਕ ਲਿਆਉਂਦਾ ਉੱਥੋਂ। ਇਹ ਕਾਹਦੀ ਯਾਤਰਾ ਹੈ ਦੱਸੋ? ਕੋਈ ਚੂੜੀਆਂ ਹੀ ਖਰੀਦੀ ਜਾਂਦਾ, ਭਾਂਡੇ ਹੀ ਖਰੀਦੀ ਜਾਂਦਾ। ਗਏ ਕਿਹੜੇ ਕੰਮ ਸੀ? ਤੇ ਮੇਲਾ ਵੇਖ ਕੇ ਆ ਗਏ, ਕੀਤਾ ਕੀ ਹੈ? ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਠੀਕ ਹੈ, ਤੀਰਥਾਂ ਤੇ ਤੂੰ ਜਾ, ਗਿਆ ਹੈ ਤੂੰ ਤੀਰਥਾਂ ਤੇ, ਮਨ ਦੀ ਖੁਰਾਕ ਲੈ ਕੇ ਨਹੀਂ ਆਇਆ। ਕਿਉਂ ਤੀਰਥਾਂ ਦਾ ਖੰਡਨ ਕੀਤਾ ਸੀ ਪਾਤਸ਼ਾਹ ਨੇ? ਵੀ ਜਾਂਦਾ ਤੇ ਸੀ, ਕੰਮ ਕੋਈ ਸਿੱਧਾ ਨਹੀਂ ਸੀ ਕੀਤਾ, ਤੇ ਸੋਚਦਾ ਸੀ ਵੀ ਚੁੱਭੀ ਲਾਇਆ ਪਾਪ ਕੱਟੇ ਗਏ ਨੇ, ਤੇ ਆ ਕੇ ਫਿਰ ਕੰਮ ਉਹੀ ਫੜ ਲੈਂਦਾ ਸੀ। ਤੇ ਪਾਤਸ਼ਾਹ ਕਹਿੰਦੇ ਉੱਥੇ ਕੱਖ ਨਹੀਂ ਲੱਭੇਗਾ। ਸਾਡੇ ਲਈ ਹਰਮੰਦਰ ਸਾਜ ਕੇ ਐਸਾ ਤੀਰਥ ਬਣਾਇਆ ਜਿੱਥੇ ਤਨ ਦੇ ਰੋਗ ਹਰਨ ਲਈ ਉਹ ਅੰਮ੍ਰਿਤ ਸਰੋਵਰ ਹੈ, ਉੱਥੇ ਮਨ ਦੇ ਰੋਗ ਹਰਨ ਲਈ 500 ਵਰੇ ਤੋਂ ਕੀਰਤਨ ਦਾ ਸਰੋਵਰ ਵੀ ਵਗ ਰਿਹਾ ਨਾਲ ਨਾਲ। ਦੋਵੇਂ ਪੱਖ ਰੱਖ ਦਿੱਤੇ। ਉੱਥੇ ਤਾਂ ਕਹਿੰਦੇ ਕੱਖ ਨਹੀਂ ਕਰਦਾ ਤੂੰ, ਤੇਰੇ ਲਈ ਇੱਥੇ ਸਭ ਕੁਝ ਬਣਾ ਦਿੱਤਾ ਹੈ। ਪਰ ਜੇ ਕਰਮ ਅਤੇ ਧਰਮ ਕਰਕੇ ਸਾਡੇ ਅੰਦਰ ਕੋਈ ਹੰਕਾਰ ਦਾ ਕਿਣਕਾ ਹੈ, ਇਹ ਇਦਾਂ ਹੈ ਵੀ ਹਾਥੀ ਨੇ ਨਹਾਤਾ ਧੋਤਾ ਵੀ ਚੰਗੇ ਸਾਫ ਸੁਥਰੇ ਪਾਣੀ ਦੇ ਆਉਣ ਲੱਗਿਆਂ ਫਿਰ ਗਾਰਾ ਉੱਤੇ ਪਾ ਲਿਆ। ਹੰਕਾਰ ਨੂੰ ਖਾਤਮੇ ਲਈ ਬਾਪੂ ਨੇ ਆਖਿਆ, ਕਹਿੰਦੇ ਤੂੰ ਏਡੇ ਏਡੇ ਕਰਮ ਵੀ ਕਰ ਲੈ, ਛੋਟੇ ਮੋਟੇ ਦੇ ਛੱਡ। ਕੀ ਕਹਿੰਦੇ ਨੇ? ਤੀਰਥ ਨਾਨ ਦਇਆ ਦਮਦਾਨ ਸੋ ਸੰਜਮ ਨੇਮ ਅਨੇਕ ਬਸੇਖਾ। ਹਿੰਦੂ ਵੀਰਾਂ ਵਿੱਚ ਕੀ ਕਰਦੇ ਸਨ? ਤੀਰਥਾਂ ਤੇ ਜਾਣਾ, ਇਸ਼ਨਾਨ ਕਰ ਲੈਣਾ, ਮਨ ਦੀ ਸ਼ੁੱਧੀ ਲਈ ਉਸ ਅਕਾਲ ਪੁਰਖ ਨੂੰ ਜਪਣਾ ਨਾ, ਤੇ ਗਿਣਤੀਆਂ 'ਚ ਵਾਧਾ ਕਰੀ ਜਾਣਾ ਵੀ ਇੰਨੀ ਵਾਰ ਗੰਗਾ ਗਏ, ਤ੍ਰਿਵੈਣੀ ਗਏ, ਇੱਥੇ ਗਏ, ਉੱਥੇ ਗਏ। ਨਾਨ ਤੋਂ ਭਾਵ ਹੈ ਨਾਨਾ ਪ੍ਰਕਾਰ ਦੇ ਤੀਰਥਾਂ ਤੇ ਗਿਆ, 68 ਤੀਰਥਾਂ ਤੇ ਗਿਆ ਹੈ। ਉੱਥੇ ਜਾ ਕੇ ਦਇਆ ਵੀ ਕੀਤੀ, ਉੱਥੇ ਜਾ ਕੇ ਦਇਆ ਵੀ ਕੀਤੀ ਹੈ, ਨਿਰਾ ਗਿਆ ਹੀ ਨਹੀਂ ਹੈ, ਦਇਆ ਵੀ ਕੀਤੀ ਹੈ। ਤੇ ਦਇਆ 'ਚ ਕੀ ਕੀਤਾ? ਹਾਥੀ ਘੋੜੇ ਵੀ ਦਾਨ ਕੀਤੇ। ਤੇ ਜੇ ਇੱਥੇ ਤੀਰਥ ਦੇ ਥੱਲੇ, ਥੱਥੇ ਦੇ ਥੱਲੇ ਔਂਕੜ ਹੁੰਦਾ ਤੇ ਫਿਰ ਹੋਣਾ ਸੀ ਇੱਕ ਤੀਰਥ। ਔਂਕੜ ਨਹੀਂ ਹੈ, ਬੇਅੰਤ ਤੀਰਥ, 68 ਤੀਰਥ ਜਿੰਨੇ ਵੀ ਨੇ ਇਹਨਾਂ ਦੇ। ਇੱਥੇ ਬਹੁ ਵਚਨ ਹੋ ਗਿਆ। ਔਂਕੜ ਹੁੰਦਾ ਤੇ ਸਿੰਗੂਲਰ ਸੀ, ਹੁਣ ਬਹੁ ਵਚਨ ਹੋ ਗਿਆ। ਹੋਰਾਂ ਧਰਮਾਂ ਵਿੱਚ ਤੀਰਥ ਪ੍ਰਚਲਿਤ ਨੇ, ਸਾਡੇ 'ਚ ਵੀ ਸਾਡੇ ਸਰੋਵਰ ਨੇ, ਪਰ ਸਾਡੇ ਮਨ ਦੀ ਖੁਰਾਕ ਦਾ ਵੀ ਪ੍ਰਬੰਧ ਹੈ ਤਨ ਦੇ ਨਾਲ ਨਾਲ। ਹਿੰਦੂ ਵੀਰਾਂ ਦੇ ਤੀਰਥਾਂ ਤੇ ਕੀ ਸੀ ਵੀ ਤਨ ਲਈ ਤੇ ਪ੍ਰਬੰਧ ਸਨ, ਪਰ ਮਨ ਦਾ ਪ੍ਰਬੰਧ ਨਹੀਂ ਸੀ ਉੱਥੇ ਕੋਈ ਹੁੰਦਾ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਠੀਕ ਹੈ, ਤੀਰਥਾਂ ਤੇ ਗਿਆ, ਗਿਣਤੀ ਬੜੀ ਕੀਤੀ ਹੈ ਤੂੰ ਦਇਆ ਵੀ ਕੀਤੀ ਹੈ। ਦਇਆ ਕਰਨੀ ਬਾਣੀ ਨੇ ਆਖਿਆ ਬੜੀ ਉੱਤਮ ਹੈ, ਕਰਨੀ ਚਾਹੀਦੀ ਹੈ। ਦਇਆ ਕਰਨੀ ਬੜੀ ਜ਼ਰੂਰੀ ਹੈ। 68 ਤੀਰਥ ਸ਼ਗਲ ਪੁੰਨ ਜੀ ਦਇਆ ਪ੍ਰਵਾਨ, ਧੌਲ ਧਰਮ ਦਇਆ ਕਾ। ਇੱਥੋਂ ਤੱਕ ਵੀ ਭਾਵੇਂ 1500 ਰੁਪਏ ਨੂੰ ਮੀਟਰ ਵਾਲਾ ਚੋਲਾ ਪਾਈ ਫਿਰੇ ਨਾ, ਆਖੇ ਮੈਂ ਸੰਤ ਹਾਂ। ਕੋਈ ਕਾਜੀ, ਕੋਈ ਮੁੱਲਾ, ਕੋਈ ਬ੍ਰਾਹਮਣ, ਕੋਈ ਮਹਾਂਪੁਰਸ਼, ਅਸੀਂ ਤੇ ਜੀ ਇਹ ਰੁਤਬੇ ਤੇ ਆ। ਤੇ ਗਾਤਰਾ ਵੀ ਦੂਜਿਆਂ ਨੂੰ ਵੱਡਾ ਪਾਇਆ ਹੋਵੇ, ਉਧਰ ਪੰਡਤ ਹੋਣਾ ਜਨੇਊ ਵੀ ਚੰਗਾ ਪਾਇਆ ਹੋਵੇ ਵੱਟ ਕੇ, ਤੇ ਕਾਜੀ ਹੋਣਾ ਕਿਤੇ ਵੀ ਕੱਛੇ ਡਾਈ ਹੋਵੇ ਵੀ ਆਹਾ ਬੜੇ ਸੰਤ ਹਰੀ ਹਰ ਵਕਤ ਪੜ੍ਹਦੇ ਨੇ, ਰੱਬ ਦੀ ਯਾਦ ਵਿੱਚ 5 ਵਕਤ ਦੇ ਨਮਾਜ਼ੀ ਨੇ। ਲੱਖ ਤੂੰ ਲਿਬਾਸ ਪਾਈ ਫਿਰ, ਜੇ ਤੇਰੇ ਅੰਦਰ ਦਇਆ ਨਹੀਂ ਹੈ ਤੇ ਕਹਿੰਦੇ ਤੂੰ ਧਰਮੀ ਨਹੀਂ ਹੈ, ਤੂੰ ਵਿਖਾਵਾ ਕਰ ਰਿਹਾ ਲੋਕਾਂ ਵਿੱਚ। ਧਰਮ ਪੈਦਾ ਹੀ ਦਇਆ ਦੀ ਕੁੱਖ 'ਚੋਂ ਹੁੰਦਾ ਹੈ। ਸਭ ਤੋਂ ਪਹਿਲਾ ਫਲਸਫਾ ਸਿੱਖੀ ਦਾ ਹੈ ਵੀ ਦਇਆ ਕਰ ਗਰੀਬ ਗੁਰਬੇ ਤੇ। 68 ਤੀਰਥ ਸ਼ਗਲ ਪੁੰਨ ਜੀ ਦਇਆ। 68 ਤੀਰਥਾਂ ਨੂੰ ਠੀਕ ਹੈ ਤੂੰ ਗਿਆ ਹੈ, ਵੱਡਾ ਪੁੰਨ ਇਹ ਹੈ ਵੀ ਗਰੀਬ ਗੁਰਬੇ ਤੇ ਦਇਆ ਕਰਨੀ।
ठीक है तीर्थां दे हाथी घोड़े तू दान कीते, उत्थे पंडितां नूं ही दे आया, उन्हां दे अगे बड़े तगड़े तगड़े ढिड ने, रजे पुजे ने। भी दो बंदे जफे च लैण ते पंडित जी हुणां दा ढिड फिर नहीं आउंदा, उन्हां नूं घोड़े हाथी होर दे आया। ते अखबार च भी लवाया जी इन्ने घोड़े हाथी दान कीते, कहंदे कख नहीं वटिया। गरीब ते दया उत्थे भी नहीं कीती जाके। पातशाह कहंदे ने गरीब गुरबे ते दया कर, ये उत्तम है। दम दान, बड़े दमड़े दान कीते तीर्थां ते जाके, बड़ी दया कीती। ते दया गरीब गुरबे ते नहीं कीती, पंडितां ते ही कीती है। ते करन दा कोई मतलब ते लगदा नहीं सी, उहदे अगे बड़े पले ने, उन्हां नूं ही हाथी घोड़े वंडी गया। रब दे घर विच दया ते प्रवान है, पर गरीब गुरबे उत्ते जिथे लोड़िंदा है। पातशाह आखण लगे साडे धर्म विच भी दान दी महानता ते है। इत्थे जिहड़ा आ रहा ना दमदान, दम दा मतलब दमन करना भी हुंदा है, मन नूं शांत करना भी हुंदा है। तू सोचें भी दान दे नाल, दया दे नाल तीर्थां ते जाया दम मन काबू आ जाएगा, मन शांत हो जाएगा। पातशाह कहंदे नहीं, ये इदां काबू नहीं होंदा। फारसी विच दम साहां नूं कहंदे ने। हम आदमी हाँ एक दमी, दम फारसी वरत रहे ने गुरु नानक साहब। दम दे कई अर्थ ने, दम दा अर्थ श्वास भी है। इदां अर्थ कर लवो, तू तीर्थां ते गया, तू दया कीती, तू दान कीता, दम सा श्वास सफले हो जाण, इदां नहीं होणगे। तू तीर्थां ते गया, दया कीती, दान कीता, दम तू आखें ये मन तेरा काबू विच आ जावे, इदां नहीं आवेगा। सो संजम नेम अनेक बसेखै। परशियन च जे पढ़िए ना दान, दम पढ़िया परशियन विच ते श्वास बन गए। दान पढ़िया दान है भोजन, दान भोजन नूं भी, दान है भोजन नूं भी कहंदे ने फारसी विच। भोजन दा भी तू दान कीता, बड़े तू दुनिया दे उत्ते दान कीते ने। सो संजम नेम अनेक बसेखै। संजम वर्त रखना बीबियां बड़े रखदियां ने, बाणी नहीं बनदी इन्हां गल्लां। आंदरां शराब दिंदियां, जाके उत्ते लामा दिंदियां दरगाह विच भी, कैसे नाम मुराद दे नाल लाता ही, इन्हां दे भुखे मार छड्डिया। फरीद जी आंदे हिसाब दा शक कोई नहीं है, छकना चाहिदा। ये नहीं कहंदे भी रोटी छड्ड दे, कहंदे मैं ते सुक्की जी खा लेना भी नींद ना आवे। ते हुण जे चोपड़ी खावेंगा ते कहंदे फिर तंगी आउणी, फिर उठना औखा है, फिर औखा है। वो कहंदे रोटी मेरी काठ की, फरीदा रोटी मेरी काठ की, लावण मेरी। वो लक्कड़ दी रोटी नहीं सी, काठ लक्कड़ नूं कहंदे ने। पर जदों रोटी कितों भिक्षा विच मिलनी ना, ते ਉਹ ਕੋਲ ਰੱਖ ਲੈਣੀ ਤੇ ਇੱਕ ਬੁਰਕੀ ਉਹਦੀ ਲੈ ਲੈਣੀ। ਉਹ 2-4 ਦਿਨ ਜਦੋਂ ਕੋਲ ਰਹਿਣੀ, ਇੱਕ ਇੱਕ ਬੁਰਕੀ ਖਾਣੀ ਤੇ ਉਹ ਲੱਕੜ ਵਰਗੀ ਬਣ ਜਾਂਦੀ ਸੀ ਸੁੱਕੀ ਰੋਟੀ। ਇਹਨਾਂ ਸੰਜਮ ਕੀਤਾ ਉਸ ਮਹਾਂਪੁਰਸ਼ ਨੇ ਵੀ ਨੀਂਦ ਨਾ ਆਵੇ। ਅੱਜ ਦੇ ਜਾਗਰੂਕ ਪ੍ਰਚਾਰਕ ਨਹੀਂ ਸੀ, ਨਹੀਂ ਤੇ ਫਰੀਦ ਨੂੰ ਬਾਹੋਂ ਫੜ ਕੇ ਆਂਦੇ ਤੇ ਪਖੰਡ ਕਰਦਾ। ਚੌਂਕੜਾ ਮਾਰਨਾ ਪਖੰਡ ਨਹੀਂ ਹੈ, सिमरन करना पखंड नहीं है, बंदगी करनी पखंड नहीं है, खसम नूं याद करना पखंड नहीं है, उहदे नाल प्रेम करना पखंड नहीं है। हर गल नूं असीं पखंड कह दिंदे हैं। जे सब कुछ ही पखंड है तो फिर धर्मराज की कोई वस्तु ही, धर्म विच है ही प्रेम है, भावना है, शरधा है। तो जे ये ना रहियां तो फिर धर्म काहदा है। पर बीबियां वर्त रख लैंदियां ने भी खसम की उम्र वध जावे, ते डराउंदियां भी ने जदों घर वाले तो मंगण ना भी हुण तेरे लिए वर्त रखिया है, पिछले महीने रखिया ही, ऐतकी भी रखना है, ते सोने दे वो कोई हीरा हूरा कोई गहना ही लिया दे, तो बेचारा आखू भी जोर नहीं पैंदा, ते तोड़ा आंदी वर्त मैं फिर भी शाह दी डोरे दे वर्त ते टिकी है। जे तेरे वर्त ना खसम की उम्र वधनी हुंदी बीबी, ते तेरे वर्त ना तेरी ते वधी ना जाना, ते दोवां नूं पैना।
मौत ते दोवां नूं आउणी। ते वरत वेखो भी तड़के उठदे ही ना 3-4 बजे, ਪਹਿਲਾਂ ਪਹਿਲਾਂ ਹੀ ਹਨੇਰੇ ਹੀ, पता ना लगे ना सੱਸ ਨੂੰ ना सहुरे ਨੂੰ। टोकरा रोटियां ਦਾ खा लिया, भी 5-4 परौंठे खा ले चोपड़ के, जग दुध का पी लिया। ਤੇ ਜਿੰਨੀ ਖੁਰਾਕ ਮਾਤਾ ਤੂੰ ਖਾ ਲਈ ਹੈ, ਮਾਈ ਤੂੰ ਖਾ ਲਈ ਹੈ, ਭੈਣੇ ਤੂੰ ਖਾ ਲਈ ਹੈ, ਮੈਂ ਇਹਨਾਂ ਤੈਨੂੰ 6 ਮਹੀਨੇ ਰਾਸ਼ਨ ਨਾ ਮਿਲੇ ਤੂੰ ਤਾਂ ਵੀ ਨਹੀਂ ਮਰਦੀ। ਤੇ ਫਿਰ ਜੀ ਵਰਤ ਰੱਖਿਆ ਅਸੀਂ। ਤੇ ਜਦੋਂ ਨਿਬੇੜਨਾ ਹੈ ਤਕਾਲਾ ਨੂੰ, ਫਿਰ ਟੋਕਰਾ ਭਰ ਕੇ ਰੋਟੀਆਂ ਦਾ। ਇਹਦੇ ਨਾਲ ਕੀ ਹੋਵੇਗਾ? ਉਹ ਜਿੰਨਾ ਸਮਾਂ ਆਂਦਰਾਂ ਭੁੱਖੀਆਂ ਰਹੀਆਂ ਉਹਨਾਂ ਵੀ ਸ਼ਰਾਫ ਦੇਣਾ। ਖਾਓ ਜ਼ਰੂਰ ਸਰੀਰ ਚੱਲਦਾ ਰੱਖਣ ਲਈ। ਉਮਰ ਵਧਾਉਣੀ ਜਾਂ ਘਟਾਉਣੀ ਇਹ ਖਸਮ ਦੇ ਹੱਥ ਹੈ, ਤੁਹਾਡੇ ਵਰਤ ਦੇ ਹੱਥ ਕੁਝ ਨਹੀਂ ਹੈ। ਜੇ ਉਹਨੇ ਚਾਹਿਆ ਤੇ ਸ਼ਾਹ ਖਸਮ ਲਵੇਗਾ, ਨਾ ਚਾਹਿਆ ਤੇ ਕੋਈ ਐਸਾ ਪੈਦਾ ਨਹੀਂ ਹੋਇਆ ਜਿਹੜਾ ਸ਼ਾਹਾਂ ਦੀ ਪੂੰਜੀ ਵਧਾ ਸਕੇ। ਕਣ ਕਾਲੇ ਸਭ ਦਿਵਸ ਸਾਸ, ਨਹਿ ਬੜਨ ਘਟਣ ਤਿਲ ਸਾਰ। ਇੱਕ ਤਿਲ ਜਿੰਨਾ ਸਾਹ ਵੀ ਨਹੀਂ ਕੋਈ ਵਧਾ ਘਟਾ ਸਕਦਾ। ਸਭ ਖਸਮ ਦੇ ਅਕਾਲ ਦੇ ਹੱਥ ਵਿੱਚ ਹੈ। ਸੰਜਮ ਕਰਦੇ ਆ, ਵਰਤ ਰੱਖਦੇ ਆ। ਪਾਤਸ਼ਾਹ ਆਖਣ ਲੱਗੇ ਬੜੇ ਨੇਮ ਨਾਲ ਵਰਤ ਰੱਖਦੇ ਨੇ। ਜਬਰਨ, ਸੰਜਮ ਕੀ ਹੁੰਦਾ? ਜਬਰਨ ਤੌਰ ਤੇ ਲਗਾਈ ਪਾਬੰਦੀ। ਹੁਣ ਕਈ ਆਖਣਗੇ ਅਸੀਂ ਤਾਂ ਵੇਖਣਾ ਹੀ ਨਹੀਂ, ਥਾਂ ਹੀ ਵੇਖਣਾ ਹੈ। ਜਬਰਨ ਪਾਬੰਦੀ ਹੈ ਅੱਖਾਂ ਦੀ। ਸਿੱਖੇ ਮਹਾਰਾਜ ਕਹਿੰਦੇ ਨਹੀਂ, ਤੂੰ ਦੇਖ, ਬੀਬੀਆਂ ਵੱਲ ਦੇਖ, ਤੂੰ ਸਿੱਖਾਂ ਵੱਲ ਦੇਖ, ਪਰ ਨਦਰ ਕੈਸੀ ਚਾਹੀਦੀ ਹੈ? ਮੈਂ ਫਿਰ ਪੜਾਂ, ਏਕਾ ਨਾਰੀ ਜਤੀ ਹੋਏ ਪਰ ਨਾਰੀ ਤੀ ਭੈਣ। ਅੱਖਾਂ ਦੇਖਣ ਲਈ ਦਿੱਤੀਆਂ ਨੇ, ਪਰ ਮਨ ਸਾਫ਼ ਰੱਖ, ਅੰਦਰੋਂ ਸਾਫ਼ ਰਹਿ, ਅੱਖਾਂ ਨੂੰ ਮੈਲੀਆਂ ਨਾ ਕਰ। ਇਹ ਵੇਖਣ ਲਈ ਦਿੱਤੀਆਂ ਨੇ, ਇਹ ਵਜੂਦ ਨਾਲ ਲਾਈਆਂ ਵੇਖਣ ਲਈ ਨੇ। ਤੇ ਜੇ ਇਹਨਾਂ ਦੀ ਲੋੜ ਨਾ ਹੁੰਦੀ ਤੇ ਅੱਖਾਂ ਤੋਂ ਬਿਨਾਂ ਪੈਦਾ ਕਰ ਦਿੰਦਾ। ਵੀ ਵਿਖਾਵੇ ਦਾ ਸੰਜਮ ਹੈ ਜੀ, ਇਹ ਤੇ ਅੱਖਾਂ ਤਾਂ ਹੀ ਨਹੀਂ ਚੁੱਕਦਾ। ਵਿਖਾਵੇ ਦਾ ਸੰਜਮ ਹੈ ਜੀ, ਇਹ ਤੇ ਸਾਰੀ ਦਿਹਾੜੀ ਭੁੱਖਾ ਰਹਿੰਦਾ ਹੈ। ਉਹ ਜਿਹੜੀ ਧੂਣੀਆਂ ਵਾਲੇ ਸਾਧ ਦੀ ਸੁਣਾਈ ਸੀ, ਉਹ ਵਿਖਾਵੇ ਦਾ ਹੀ ਸੰਜਮ ਹੈ ਨਾ। ਇਹ ਤੇ ਸਾਰੀ ਦਿਹਾੜੀ ਭੁੱਖਾ ਰਹਿੰਦਾ ਹੈ। ਮਹਾਰਾਜ ਆਖਣ ਲੱਗੇ ਤੂੰ ਸੰਜਮ ਕਰ ਲੈ, ਵਰਤ ਰੱਖ ਲੈ, ਨੇਮ ਦੇ ਨਾਲ ਰੱਖ ਲੈ। ਅਨੇਕ ਵਿਸ਼ੇਖ ਹੈ, ਇੱਕ ਨਹੀਂ, ਵਿਸ਼ੇਸ਼ ਇਹ ਜਿਹੜੇ ਧਾਰਮਿਕ ਕਰਮ ਕਾਂਡ ਨੇ, ਇਹਨਾਂ ਚੋਂ ਕੋਈ ਵੀ ਤੂੰ ਕਰ ਲੈ। ਸੈਂਕੜੇ ਵਾਰ ਤੀਰਥਾਂ ਤੇ ਚਲਿਆ ਜਾ, ਸੈਂਕੜੇ ਵਾਰ ਤੂੰ ਵਰਤ ਰੱਖ ਲੈ, ਸੈਂਕੜੇ ਵਾਰ ਤੂੰ ਦਇਆ ਕਰ। ਜੇ ਹੰਕਾਰ ਦਾ ਕਿਣਕਾ ਨਾ ਮਰਿਆ, ਤੀਰਥਾਂ ਤੇ ਗਿਆ ਵੀ ਮਿੱਟੀ, ਦਾਨ ਕੀਤਾ ਵੀ ਮਿੱਟੀ, ਵਰਤ ਰੱਖੇ ਵੀ ਮਿੱਟੀ, ਸੰਜਮ ਰੱਖਿਆ ਵੀ ਮਿੱਟੀ, ਕੱਖ ਪੱਲੇ ਨਹੀਂ ਪੈਣਾ। ਕਹਿੰਦੇ ਇਦਾਂ ਹੈ ਵੀ ਚੰਗਾ ਭਲਾ ਬੇੜਾ ਸਮੁੰਦਰੋਂ ਪਾਰ ਲੰਘਣ ਲੱਗੇ ਤੇ ਜੇ ਕਿਤੇ ਹੰਕਾਰ ਦਾ ਕਿਣਕਾ ਆ ਜਾਵੇ ਨਾ, ਉਹ ਛੇਕ ਲੈ ਬਹਿੰਦਾ ਹੈ, ਉਹ ਬੇੜੀ ਨੂੰ ਡੋਬ ਦਿੰਦਾ। ਅਸਦਾਨ, ਗੱਜਦਾਨ, ਸਿਹਜਾ ਨਾਰੀ, ਭੂਮ ਦਾਨ, ਐਸੋ ਦਾਨ ਨਿਤ ਨਿਤ ਹੈ ਕੀਜੈ। ਕਹਿੰਦੇ ਤੂੰ ਰੋਜ਼ ਦਾਨ ਕਰ। ਇਹਨਾਂ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਤੂੰ ਅਸਦਾਨ ਕਰ, ਤੂੰ ਘੋੜੇ ਦਾਨ ਕਰ, ਤੂੰ ਹਾਥੀ ਦਾਨ ਕਰ, ਤੂੰ ਧਰਤੀ ਦਾਨ ਕਰ। ਜਿੰਨਾ ਚਾਹੇ ਤੂੰ ਦੁਨੀਆ ਤੇ ਦਾਨ ਕਰ ਤੇ ਰੋਜ਼ ਕਰਿਆ ਕਰ। ਰੋਜ਼ ਤੂੰ ਬ੍ਰਾਹਮਣਾਂ ਨੂੰ ਦਾਨ ਕਰ, ਜਿੰਨਾ ਚਾਹੇ ਦਾਨ ਕਰ। ਆਤਮ ਜੋ ਨਿਰਮਾਇਲ ਕੀਜੈ, ਤੂੰ ਜਿੰਨਾ ਚਾਹੇ ਦਾਨ ਕਰ। ਆਪ ਬਰਾਬਰ ਕੰਚਨ ਦੀਜੈ, ਤੂੰ ਆਖੇ ਮੈਂ ਇਹ ਦਾਨ ਕਰਕੇ ਨਿਰਮਲ ਹੋ ਗਿਆ, ਆਪਣੇ ਬਰਾਬਰ ਤੋਲ ਕੇ ਤੂੰ ਸੋਨਾ ਦਾਨ ਕਰ ਦੇ। ਰਾਮ ਨਾਮ ਸਰ ਤਉ ਨਾ ਪੂਜੈ। ਆਤਮ ਜੋ ਨਿਰਮਾਇਲ ਕੀਜੈ, ਆਪ ਬਰਾਬਰ ਕੰਚਨ ਦੀਜੈ, ਰਾਮ ਨਾਮ ਸਰ ਤਉ ਨਾ ਪੂਜੈ। ਕਹਿੰਦੇ ਰਾਮ ਦੇ ਨਾਮ ਵਿੱਚ ਪ੍ਰੇਮ ਲਾਉਣ ਦੇ ਬਰਾਬਰ ਇਹ ਕੱਖ ਵੀ ਨਹੀਂ ਹੈ। ਸਭ ਤੋਂ ਵੱਡੀ ਮਹਿਮਾ ਪਾਤਸ਼ਾਹ ਕਹਿੰਦੇ ਨੇ ਰਾਮ ਦੇ ਨਾਮ ਦੀ ਹੈ। ਇਹ ਦਸਮ ਦੀ ਬਾਣੀ ਨਿਰੀ ਦਗੜ ਦਗੜ ਹੀ ਨਹੀਂ ਕਰਾਉਂਦੀ, ਇਹਦੀ ਡੂੰਘਾਈ ਮਾਪੋਗੇ ਤੇ ਸਮੁੰਦਰੋਂ ਡੂੰਘੀ ਹੈ। ਅੱਛਾ ਹੁਣ ਦੱਸੋ ਵੀ ਤੀਰਥਾਂ ਤੇ ਇਸ਼ਨਾਨ ਕਰਨ ਨੂੰ ਕੋਈ ਬ੍ਰਾਹਮਣ ਹਿੰਦੂ ਕਵੀ ਖੰਡਨ ਕਰ ਸਕਦਾ ਹੈ? ਇਹ ਉਹਨਾਂ ਲਈ ਹੈ ਜਿਹੜੇ ਮੇਰੇ ਵੀਰ ਕਹਿੰਦੇ ਬਾਹਮਣ ਨੇ ਬਾਣੀ ਲਿਖੀ ਹੈ।
ਬਾਹਮਣ ਆਖੇਗਾ ਤੀਰਥਾਂ ਦੇ ਨਾਂ ਨਾ ਆਓ, ਉਹਦਾ ਤੋਰੀ ਫੁਲਕਾ ਬੰਦ ਹੋ ਜਾਣਾ। ਜੇ ਤੀਰਥਾਂ ਦੇ ਰੌਣਕ ਨਾ ਰਹੀ ਤੇ ਬਾਹਮਣਾ ਕਿਹਨੂੰ ਠੱਗਣਾ। ਬ੍ਰਾਹਮਣ ਇਹ ਗੱਲ ਆਖੇਗਾ ਵੀ ਸੰਜਮ ਪਖੰਡ ਹੈ, ਵਰਤ ਰੱਖਣਾ ਪਖੰਡ ਹੈ। ਬ੍ਰਾਹਮਣ ਇਹ ਗੱਲ ਕਦੇ ਨਹੀਂ ਆਖ ਸਕਦਾ। ਬ੍ਰਾਹਮਣ ਨੂੰ ਪਤਾ ਹੈ ਵੀ ਮੇਰਾ ਤੋਰੀ ਫੁਲਕਾ ਇਹਨਾਂ ਕਰਮਾਂ ਕਰਕੇ ਹੀ ਚੱਲਦਾ ਹੈ। ਤੀਰਥਾਂ ਤੇ ਭੀੜ ਹੈ ਤੇ ਰੌਣਕ ਹੈ, ਘਰ ਵਿੱਚ 4 ਪੈਸੇ ਨੇ, ਨਹੀਂ ਤੇ ਇਹਨਾਂ ਨੂੰ ਪੁੱਛੇਗਾ ਕੌਣ। ਸੋ ਪਾਤਸ਼ਾਹ ਆਖਣ ਲੱਗੇ ਸੰਜਮ ਦਮ। ਦਮ ਦਾ ਮਤਲਬ ਇਹ ਵੀ ਹੈ ਇੰਦਰੀਆਂ ਨਾਲ ਸੰਬੰਧ ਬਾਹਰਲੀ ਦੁਨੀਆ ਨੂੰ ਤੋੜ ਲੈਣਾ। ਇੰਦਰੀਆਂ ਦਾ ਸੰਬੰਧ ਬਾਹਰੋਂ ਤੋੜ ਲੈਣਾ। ਬੜੇ ਇਹਦੇ ਬੇਅੰਤ ਅਰਥ ਪਾਤਸ਼ਾਹ ਦੀ ਬਾਣੀ ਦੇ ਨਿਕਲਦੇ ਨੇ। ਇਉਂ ਸਮਝ ਲਓ ਸੰਜਮ ਸਮਾਧੀ 'ਚ ਸਥਿਤ ਹੋਣਾ ਤੇ ਮਨ ਨੂੰ ਵਾਸ਼ਨਾਵਾਂ ਤੋਂ ਰੋਕ ਲੈਣਾ। ਮਨ 'ਚ ਵਾਸ਼ਨਾ ਬੜੀ ਹੈ, ਗੱਡੀ ਚੰਗੀ ਵੇਖ ਕੇ ਲੋਭੀ ਹੋ ਜਾਂਦਾ ਹੈ, ਰੰਗ ਰੂਪ ਵੇਖ ਕੇ ਕਾਮੀ ਹੋ ਜਾਂਦਾ। ਇਹ ਸਭ ਵਾਸ਼ਨਾ ਦੀ ਗੰਦਗੀ ਚੁੱਕੀ ਫਿਰਦਾ ਹੈ ਮਨ ਆਪਣਾ। ਇਹਨੂੰ ਕਾਬੂ ਕਰ ਲੈਣਾ ਸੰਜਮ ਹੈ। ਇੰਦਰੀਆਂ ਨੂੰ ਕਾਬੂ ਕਰ ਲੈਣਾ, ਅੱਖਾਂ ਬੁਰਾ ਨਾ ਵੇਖਣ, ਕੰਨ ਬੁਰਾ ਨਾ ਸੁਣਨ, ਜ਼ੁਬਾਨ ਬੁਰਾ ਨਾ ਬੋਲੇ, ਇਹ ਦਮ ਹੈ। ਪਾਤਸ਼ਾਹ ਆਖਣ ਲੱਗੇ ਤੀਰਥ ਕਰ ਲਵੇਂ, ਸੰਜਮ ਕਰ ਲਵੇਂ, ਨੇਮ ਦੇ ਨਾਲ ਕਰ ਲਵੇਂ। ਜਿੰਨੇ ਚਾਹੇ ਤੂੰ ਐਸੇ ਕਰਮ ਧਰਮ ਕਰ ਲਾ। ਵੇਦ ਪੁਰਾਨ ਕਤੇਬ ਕੁਰਾਨ, ਜ਼ਮੀਨ ਜਮਾਨ ਸ਼ਬਾਨ ਕੇ ਪੇਖੇ। ਵੇਦ ਕੀ ਹੈ? ਹਿੰਦੂ ਵੀਰਾਂ ਦੇ ਧਾਰਮਿਕ ਗ੍ਰੰਥ। ਪੁਰਾਣ ਪ੍ਰਾਚੀਨ, ਪੁਰਾਣ ਨੂੰ ਕਹਿੰਦੇ ਨੇ ਪ੍ਰਾਚੀਨ ਇਤਿਹਾਸ। ਸਾਡਾ ਜਿਵੇਂ ਸੂਰਜ ਪ੍ਰਕਾਸ਼ ਹੈ ਜਾਂ ਪ੍ਰਾਚੀਨ ਪੰਥ ਪ੍ਰਕਾਸ਼ ਹੈ, ਜਿਵੇਂ ਹਿੰਦੂ ਵੀਰਾਂ ਦੇ ਵੇਦ ਧਾਰਮਿਕ ਗ੍ਰੰਥ ਨੇ ਤੇ ਪੁਰਾਣ ਇਤਿਹਾਸ ਹੈ। ਸਨਾਤਨ ਮਤ ਦੇ ਧਾਰਮਿਕ ਗ੍ਰੰਥ ਭਾਵੇਂ ਤੂੰ ਕਹਿੰਦੇ ਜਿੰਨੇ ਮਰਜ਼ੀ ਪੜ੍ਹ ਲੈ। ਇੱਕ ਗੱਲੋਂ ਵੀ ਉਹਨਾਂ ਦੀ ਸਿਫਤ ਹੈ ਹਿੰਦੂ ਵੀਰਾਂ ਦੀ। 33 ਕਰੋੜ ਦੇਵਤੇ ਨੇ, ਸ਼ਾਸਤਰ 6 ਨੇ, ਵੇਦ ਵੀ 4 ਨੇ, ਸਿਮਰਤੀਆਂ ਪੁਰਾਣ ਵੀ ਬੇਅੰਤ ਨੇ। ਧਾਰਮਿਕ ਗ੍ਰੰਥ ਵੇਦ ਨੇ। ਸ਼ਾਸਤਰ ਕੀ ਹੈ? ਸ਼ਾਸਤਰ ਉਹ ਗ੍ਰੰਥ ਜਿਨ੍ਹਾਂ ਅਨੁਸਾਰ ਹਿੰਦੂ ਵੀਰ ਧਾਰਮਿਕ ਆਪਣਾ ਜੀਵਨ ਬਤੀਤ ਕਰਦੇ ਨੇ। ਸ਼ਾਸਤਰਾਂ 'ਚ ਇਹਨਾਂ ਦੀ ਮਰਿਆਦਾ ਹੈ। ਗੀਤਾ ਵੀ ਇਹਨਾਂ ਦਾ ਗ੍ਰੰਥ ਹੈ, ਮਹਾਭਾਰਤ ਵੀ ਇਹਨਾਂ ਦਾ ਗ੍ਰੰਥ ਹੈ। ਬੇਅੰਤ ਗ੍ਰੰਥ ਨੇ। ਕਦੇ ਵੀ ਇੱਕ ਗ੍ਰੰਥ ਨੂੰ ਪੜ੍ਹਨ ਵਾਲੇ ਨੇ ਦੂਜੇ ਤੇ ਟਿੱਪਣੀ ਨਹੀਂ ਕੀਤੀ। ਸਾਡੇ ਕੋਲ ਹੈ ਕੀ ਹੈ? ਇੱਕ ਸਾਡੇ ਗੁਰੂ ਗ੍ਰੰਥ ਸਾਹਿਬ ਨੇ, ਇੱਕ ਦਸਮ ਦੀ ਬਾਣੀ ਹੈ, ਸਰਬਲੋ ਦੀ ਬਾਣੀ ਹੈ, ਭਾਈ ਨੰਦ ਲਾਲ ਦੀ ਬਾਣੀ ਹੈ, ਭਾਈ ਗੁਰਦਾਸ ਦੀ ਬਾਣੀ ਹੈ, ਕਵੀ ਸੰਤੋਖ ਸਿੰਘ ਜੀ ਦਾ ਸੂਰਜ ਪ੍ਰਕਾਸ਼ ਗ੍ਰੰਥ ਹੈ। ਇਸੇ ਤਰ੍ਹਾਂ ਹੀ ਪ੍ਰਾਚੀਨ ਪੰਥ ਪ੍ਰਕਾਸ਼ ਹੈ, ਮਹਿਮਾ ਪ੍ਰਕਾਸ਼ ਹੈ। ਐਵੇਂ ਉਂਗਲਾਂ ਤੇ ਗਿਣੇ ਜਾਣ ਵਾਲੇ ਸਾਡੇ ਗ੍ਰੰਥ ਨੇ। ਜਗਤ ਗੁਰੂ ਸਾਡੇ ਗੁਰੂ ਨਾਨਕ ਸਾਹਿਬ ਨੇ। ਤੇ ਜਿਹੜਾ ਉੱਠਦਾ ਇੱਕ ਆਖੀ ਜਾਂਦਾ ਆਹ ਗ੍ਰੰਥ ਨੂੰ ਨਹੀਂ ਮੰਨਣਾ, ਦੂਜਾ ਆਖੀ ਜਾਂਦਾ ਇਹਨੂੰ ਨਹੀਂ ਮੰਨਣਾ। ਉਹ ਕਰੋੜਾਂ ਨੂੰ ਮੰਨੀ ਬੈਠੇ ਨੇ ਤੇ ਤੈਨੂੰ ਚੌਹਾਂ ਤੇ ਵੀ ਤੰਗੀ ਹੈ। ਉਹ ਕਰੋੜਾਂ ਨੂੰ ਮੰਨੀ ਬੈਠੇ ਨੇ, ਕੋਈ ਝਗੜਾ ਨਹੀਂ, ਆਬਾਦੀ ਵੱਧ ਰਹੀ ਹੈ ਉਹਨਾਂ ਦੇ ਧਰਮ ਵਿੱਚ, ਤੇ ਤੇਰੇ ਘਰ ਤੇ ਖਲਾਰਾ ਹੀ ਕੋਈ ਨਹੀਂ ਹੈ। ਤੇਰੇ ਘਰ ਤੇ ਮਸਲਾ ਹੀ ਕੋਈ ਵੱਡਾ ਹੈ ਨਹੀਂ ਹੈ। 15-20 ਸਾਲਾਂ 'ਚ ਪਤਾ ਨਹੀਂ ਕਿੱਥੋਂ ਵਿੱਚ ਆ ਗਏ ਨੇ। ਹਰ ਚੀਜ਼ ਦਾ ਖੰਡਨ ਕੀਤਾ ਜਾ ਰਿਹਾ, ਹਰ ਇਤਿਹਾਸਿਕ ਗ੍ਰੰਥ ਦਾ ਖੰਡਨ ਕੀਤਾ ਜਾ ਰਿਹਾ। ਤੇ ਜੇ ਆਖੀਏ ਨਾ ਗ੍ਰੰਥਾਂ ਦਾ ਕਿਉਂ ਖੰਡਨ ਕਰਦੇ ਜੇ, ਆਖਣਗੇ ਤੇ ਬੰਦਿਆਂ ਨੇ ਲਿਖੇ ਨੇ। ਤੇ ਤੁਸੀਂ ਕੀ ਪੜ੍ਹਿਆ? ਅਸੀਂ ਫਲਾਣੇ ਦੀ ਆਹ ਕਿਤਾਬ ਪੜ੍ਹੀ। ਇਹਨੂੰ ਬੰਦਾ ਪੁੱਛੇ ਵੀ ਉਹ ਸਰਸਵਤੀ ਨੇ ਲਿਖੀ ਹੈ? ਉਹ ਵੀ ਤੇ ਬੰਦੇ ਨੇ ਲਿਖੀ ਹੈ ਨਾ, ਜਿਹੜੀ ਤੁਸੀਂ ਪੜ੍ਹ ਕੇ ਖੰਡਨ ਕਰ ਰਹੇ ਜੇ। ਉਹ ਕਿਹੜੀ ਗਣੇਸ਼ ਹੁਣਾ ਵਿਚਾਰੀ ਹੈ ਵੀ ਉਹ ਜਾਂ ਕੋਈ ਰੱਬ ਆਪ ਆ ਕੇ ਵਿਚਾਰ ਗਿਆ? ਉਹ ਵੀ ਤੇ ਬੰਦੇ ਦੀ ਲਿਖੀ ਹੈ ਨਾ। ਬਾਣੀ ਧਿਆਨ ਨਾਲ ਨਹੀਂ ਪੜਦਾ। ਸੁਣ ਸਾਖੀ ਮਨ ਜਪ ਪਿਆਰ। ਇਹ ਕੌਣ ਕਹਿੰਦਾ ਹੈ? ਇਹ ਗੁਰੂ ਗ੍ਰੰਥ ਸਾਹਿਬ ਕਹਿ ਰਹੇ ਨੇ। ਗੁਰੂ ਅਰਜਨ ਸਾਹਿਬ ਕਹਿੰਦੇ ਸਾਖੀਆਂ ਸੁਣਿਆ ਕਰ। ਤੁਸੀਂ ਕਹਿੰਦੇ ਜੇ ਇਤਿਹਾਸ ਬੰਦੇ ਦਾ ਲਿਖਿਆ ਪੜ੍ਹਨਾ ਨਹੀਂ ਹੈ। ਮਹਾਰਾਜ ਕਹਿੰਦੇ ਨੇ ਇਤਿਹਾਸ ਪੜ੍ਹ, ਸਾਖੀਆਂ ਸੁਣ। ਤੇ ਸਾਖੀਆਂ ਜਦੋਂ ਗੁਰਮੁਖ ਪਿਆਰਿਆਂ ਦੀਆਂ ਸੁਣੇਗਾ ਨਾ, ਤੇ ਜਿਵੇਂ ਉਹਨਾਂ ਗੁਰੂ ਨਾਨਕ ਨਾਲ ਪਿਆਰ ਕੀਤਾ, ਅਕਾਲ ਪੁਰਖ ਨਾਲ ਪਿਆਰ ਕੀਤਾ, ਤੇਰਾ ਵੀ ਪਿਆਰ ਪੈਦਾ ਹੋ ਜਾਵੇਗਾ। ਇਤਿਹਾਸ ਦਾ ਇੰਨਾ ਮਹੱਤਵ ਹੈ, ਇਤਿਹਾਸ ਦੀ ਐਸੀ ਕਿਰਪਾ ਹੈ।
ਇਤਿਹਾਸ ਦਾ ਏਡਾ ਵੱਡਾ ਮਹਾਤਮ ਹੈ ਤੇ ਜਿਹੜੇ ਸਾਖੀਆਂ ਸੁਣਦੇ ਨੇ ਬਾਣੀ ਤੇ ਕਹਿੰਦੇ ਉਹਨਾਂ ਦਾ ਮਨ ਪਵਿੱਤਰ ਹੋ ਜਾਂਦਾ ਹੈ। ਬਾਣੀ ਤੇ ਕਹਿੰਦੀ ਉਹਨਾਂ ਦਾ ਮਨ ਪਵਿੱਤਰ ਹੋ ਜਾਂਦਾ ਹੈ। ਸਤਿਗੁਰ ਕੀ ਸੱਚ ਸਾਖੀ, ਸਤਿਗੁਰਾਂ ਦੀਆਂ ਸਾਖੀਆਂ ਸੁਣੋ ਤੇ ਮਨ ਪਵਿੱਤਰ ਹੋ ਜਾਂਦਾ ਹੈ। ਸੁਣ ਸਾਖੀ ਮਨ ਜਪ ਪਿਆਰ, ਅਜਾ ਮਲ ਉਧਰਿਆ ਕਹਿ ਏਕ ਬਾਰ। ਇਹ ਬੜੀਆਂ ਸਾਖੀਆਂ ਨੇ, ਚੱਲੀ ਜਾਣਾ ਕੰਮ। ਬਾਲਮੀਕੈ ਹੋਆ ਸਾਧੂ ਸੰਗ, ਧਰੂ ਕੋ ਮਿਲਿਆ ਹਰ ਨਿਸੰਗ। ਇਹ ਸਾਖੀਆਂ ਹੀ ਨੇ ਸਾਰੀਆਂ। ਪਰ ਧਰੂ ਨੂੰ ਕਿੱਦਾਂ ਮਿਲਿਆ, ਬਾਲਮੀਕ ਜੀ ਨੂੰ ਕਿੱਦਾਂ ਮਿਲਿਆ, ਪ੍ਰਹਿਲਾਦ ਜੀ ਨੂੰ ਕਿੱਦਾਂ ਮਿਲਿਆ, ਉਹ ਫਿਰ ਦਸਮ ਵਿੱਚ ਲਿਖੀ ਹੈ ਸਾਰੀ ਗਾਥਾ। ਉਹ ਤੁਹਾਨੂੰ ਉੱਥੇ ਲੱਭੇਗਾ। ਟੀਕਾ ਜੋ ਹੋਇਆ ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ, ਉਹ ਫਿਰ ਉੱਥੇ ਲੱਭੇਗਾ ਤੁਹਾਨੂੰ। ਮਹਾਰਾਜ ਆਖੇ ਸਾਖੀਆਂ ਪੜ੍ਹੋ ਤੇ ਮੇਰੇ ਵਰਗਾ 4 ਕਿਤਾਬਾਂ ਪੜ੍ਹ ਕੇ ਆਖੇ ਸਾਖੀਆਂ ਪੜ੍ਹੋ ਨਾ, ਇਹ ਤੁਸੀਂ ਨਿਰਣਾ ਕਰਨਾ ਹੈ ਖਸਮ ਦੀ ਮੰਨਣੀ ਹੈ ਕਿ ਨਾਚੀਜ਼ ਦੀ ਮੰਨਣੀ ਹੈ। ਇਹ ਤੁਸੀਂ ਨਿਰਣਾ ਕਰਨਾ ਹੈ। ਮਹਾਰਾਜ ਆਖਣ ਸਾਖੀਆਂ ਪੜ੍ਹੋ ਤੇ ਸਾਡਾ ਇਤਿਹਾਸ ਹੈ ਹੀ ਸੂਰਜ ਗ੍ਰੰਥ ਵਿੱਚ, ਸੂਰਜ ਪ੍ਰਕਾਸ਼ ਵਿੱਚ। ਉਹ ਆਖੇ ਜੀ ਉਹ ਚ ਬ੍ਰਾਹਮਣਵਾਦ ਬੜਾ ਹੈ। ਤੇ ਮੈਂ ਕਿੱਥੇ ਕਰ, ਉਹਦੇ ਚ ਲਿਖਿਆ ਹੈ ਵੀ ਮਹਾਰਾਜ ਨੇ ਦੇਵੀ ਪ੍ਰਗਟ ਕੀਤੀ ਤੇ ਉਹਨੇ ਕਰਦ ਦਿੱਤੀ ਹੈ। ਤੇ ਮੈਂ ਕਿਹਾ ਮੇਰੀ ਗੱਲ ਸੁਣੋ, ਇੱਥੇ ਜਿੰਨੇ ਆਏ ਜੇ ਕੋਈ ਖਾਲੀ ਹੱਥ ਨਹੀਂ ਆਉਂਦਾ। ਜਿੰਨੀ ਕਿਸੇ ਦੀ ਹਸਤੀ ਹੈ ਕੁਝ ਨਾ ਕੁਝ ਗੁਰੂ ਦੇ ਦਰ ਤੇ ਲਿਆਉਂਦੇ ਜੇ ਕਿ ਨਹੀਂ ਲਿਆਉਂਦੇ। ਜਦੋਂ ਕਿ ਤਗੜੇ ਬੰਦੇ ਨੂੰ ਮਿਲਣ ਜਾਂਦੇ ਜੇ, ਲੀਡਰ ਲੂਡਰ ਨੂੰ ਮਿਲਣਾ ਹੋਵੇ ਤੇ ਫੁੱਲਾਂ ਦਾ ਗੁਲਦਸਤਾ ਚੁੱਕੀ ਫਿਰਨਗੇ, ਆਹਾ ਲੀਡਰ ਨੂੰ ਮਿਲਣ ਚੱਲੇ ਆ, ਚੰਗਾ ਗਿਫਟ ਲੈ ਕੇ ਜਾਂਦੇ ਜੇ ਕਿ ਨਹੀਂ, ਖੁਸ਼ੀ ਪਾਉਣ ਦੇ ਲਈ। ਗੁਰੂ ਦੇ ਦਰ ਤੇ ਆਪਾਂ, ਗੁਰੂ ਤੇ ਕੁੱਲ ਕਾਇਨਾਤ ਦਾ ਖਸਮ ਹੈ, ਕਦੇ ਖਾਲੀ ਹੱਥ ਨਹੀਂ ਜਾਂਦੇ ਆਪਾਂ। ਜੋ ਵੀ ਤਿਲ ਫੁੱਲ ਹੋਵੇ, ਜ਼ਰੂਰੀ ਨਹੀਂ ਹੈ ਵੀ ਹਜ਼ਾਰਾਂ ਹੀ ਚੜਾਉਣਾ, ਜਿੰਨੀ ਕਿਸੇ ਦੀ ਸਮਰੱਥਾ ਹੈ। ਹਜ਼ਾਰਾਂ ਵਾਲੇ ਹਜ਼ਾਰਾਂ ਵੀ ਦੇਈ ਜਾਂਦੇ ਨੇ, ਦੁੱਪੜਾਂ ਵਾਲਾ ਦੁੱਪੜੀ ਰੱਖ ਕੇ ਚਲਿਆ ਜਾਂਦਾ। ਬਾਪੂ ਪ੍ਰਵਾਨ ਕਰਦਾ, ਕੋਈ ਗੱਲ ਨਹੀਂ, ਕਿਉਂਕਿ ਲੰਗਰ 'ਚ ਤੁਸੀਂ ਛਕਣਾ ਸਭ ਕੁਝ ਜੋ ਦਿੱਤਾ ਹੋਵੇਗਾ ਉੱਥੇ। ਗੁਰੂ ਮਹਾਰਾਜ ਸੱਚੇ ਪਾਤਸ਼ਾਹ, ਉਹਨਾਂ ਦੇ ਦਰ ਤੇ ਅਸੀਂ ਖਾਲੀ ਹੱਥ ਨਹੀਂ ਜਾਂਦੇ। ਔਰ ਇਹ ਹਰ ਧਰਮ ਵਿੱਚ ਮਰਿਆਦਾ ਹੈ। ਜਦੋਂ ਕ੍ਰਿਸ਼ਨ ਨੂੰ, ਕਿਉਂਕਿ ਹਿੰਦੂ ਵੀਰਾਂ ਦਾ ਇਸ਼ਟ ਦੇਵ ਕ੍ਰਿਸ਼ਨ ਹੈ, ਸੁਦਾਮਾ ਮਿਲਣ ਗਿਆ ਤੇ ਚੌਲਾਂ ਦੀ ਮੁੱਠੀ ਲੈ ਗਿਆ, ਹੋਰ ਨਾ ਕੁਝ ਲੱਭਾ। ਤੇ ਉਹ ਤੇ ਇੱਕ ਅਵਤਾਰ ਨੂੰ ਮਿਲਣ ਗਿਆ ਹੈ, ਗੁਰੂ ਗੋਬਿੰਦ ਸਿੰਘ ਤੇ ਕੁੱਲ ਕਾਇਨਾਤ ਦਾ ਖਸਮ ਹੈ, ਦਵੈਤ ਤੇ ਏਕ ਰੂਪ ਹੈ ਗਇਓ। ਤੇ ਉਹਨੂੰ ਮਿਲਣ ਖਾਲੀ ਹੱਥ ਆਉਣਾ ਸੀ ਦੇਵੀ ਨੇ। ਉਹ ਜਿੱਦਾਂ ਤੁਸੀਂ ਦਿਦਾਰੇ ਕਰਨ ਜਾਂਦੇ ਜੇ, ਯਾਰ ਦੇਵੀ ਵੀ ਆ ਗਈ ਹੋਊਗੀ। ਇਹ ਤੇ ਤੰਗੀ ਕੀ ਹੈ ਦੱਸੋ। ਇੱਕ ਬੰਨੇ ਤੇ ਉਹਨੂੰ ਜਗਤ ਗੁਰੂ ਕਹਿੰਦੇ ਜੇ, ਕੁੱਲ ਕਾਇਨਾਤ ਦਾ ਖਸਮ ਕਹਿੰਦੇ ਜੇ। ਇੱਕ ਬੰਨੇ ਤੇ ਦੇਵੀ ਦੇਵਤੇ ਕੀ ਹਰ ਇੱਕ ਉਹਦੇ ਦਿਦਾਰਿਆਂ ਨੂੰ ਤਰਸਦਾ ਹੈ। ਤੇ ਜੇ ਦੇਵੀ ਆ ਗਈ ਉਹ ਦਰਸ਼ਨ ਕਰਨ ਤੇ ਸਾਨੂੰ ਤੰਗੀ ਕੀ ਹੈ ਇਹਦੇ 'ਚ? ਕੀ ਹਰਿਮੰਦਰ ਸਾਹਿਬ ਦੇ 4 ਦਰਵਾਜ਼ੇ ਨਹੀਂ, ਉੱਥੇ ਹਿੰਦੂ ਨਹੀਂ ਆਉਂਦਾ, ਉੱਥੇ ਮੁਸਲਮਾਨ ਨਹੀਂ ਆਉਂਦਾ? ਗੁਰੂ ਜਗਤ ਗੁਰੂ ਹੈ, ਸਭ ਤੇ ਵੱਡਾ। ਸਤਿਗੁਰ ਨਾਨਕ ਜਿਨ ਕਲ ਰਾਖੀ, ਉਹ ਤੇ ਸਾਰਿਆਂ ਦੀ ਰੱਖਿਆ ਕਰਦਾ। ਤੇ ਜਦੋਂ ਦੇਵੀ ਆਈ ਹੈ ਤੇ ਪਤਾ ਦੇਵੀ ਨੂੰ ਹੀ ਹੈ ਵੀ ਬਾਪੂ ਹੁਣ ਚੋਲੇ ਚਾਲੇ ਬਹੁਤੇ, ਰਮਾਲੇ ਬਹੁਤੇ ਨਹੀਂ ਲਾਈਕ ਕਰਦਾ, ਉਹਦੇ ਹੁਣ ਸ਼ਸਤਰਾਂ ਨਾਲ ਪਿਆਰ ਕਰਦਾ ਹੈ। ਹੁਕਮ ਜੂ ਹੋਇਆ ਸੀ, ਜਿਹੜਾ ਪਿਆਰਾ ਮੇਰੇ ਲਈ ਸ਼ਸਤਰ ਲੈ ਕੇ ਆਵੇਗਾ ਉਹਨੂੰ ਖੁਸ਼ੀਆਂ ਮਿਲਣਗੀਆਂ, ਕਿਉਂਕਿ ਡਾਂਗ ਦਾ ਸਮਾਂ ਸੀ। ਤੇ ਜੇ ਕੋਈ ਦੇਵਤਾ ਆਉਂਦਾ ਤੇ ਉਹ ਵੱਡੀ ਖੜਗ ਲੈ ਆਉਂਦਾ। ਹੁਣ ਦੇਵੀ ਕੋ ਕਰਦ ਸੀ ਵਿਚਾਰੀ, ਉਹ ਲੈ ਆਈ। ਇੱਥੇ ਫਰਕ ਕੀ ਪਿਆ ਦੱਸੋ? ਇਹ 'ਚ ਵਡਿਆਈ ਕਿਹਦੀ ਹੈ? ਭੇਟਾ ਤੇ ਸਾਡੇ ਗੁਰੂ ਲਈ ਲੈ ਕੇ ਆ ਰਿਹਾ ਹੈ ਨਾ ਕੋਈ, ਤੇ ਆਪਾਂ ਨਹੀਂ ਲੈ ਕੇ ਆਉਂਦੇ। ਜੇ ਦੇਵੀ ਲੈ ਕੇ ਆ ਗਈ ਤੇ ਤੰਗੀ ਕੀ ਹੈ? ਦੇਵੀ ਦੇ ਕਰਦ ਲਿਆਉਣ ਨਾਲ ਅਸੀਂ ਦੇਵੀ ਦੇ ਪੁਜਾਰੀ ਹੋ ਗਏ। ਦੇਵੀ ਤੇ ਸਾਡੇ ਗੁਰੂ ਦੀ ਪੁਜਾਰੀ ਹੈ, ਔਰ ਕੱਲੀ ਦੇਵੀ ਨਹੀਂ, ਕੁੱਲ ਕਾਇਨਾਤ ਉਸ ਨਿਰਗੁਣ ਸਰੂਪ ਦੀ ਪੁਜਾਰੀ ਹੈ। 33 ਕਰੋੜ ਦੇਵਤੇ ਉਹਦੇ ਦਰ ਦੇ ਪੁਜਾਰੀ ਨੇ, ਰਾਮ ਰਹੀਮ ਉਹਦੇ ਦਰ ਦੇ ਪੁਜਾਰੀ ਨੇ। ਫਿਰ ਪੜਿਓ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ। ਉਹ ਤੇ ਜਿਹੜਾ ਵੀ ਚਰਨਾਂ ਵਿੱਚ ਆਵੇਗਾ ਕੁਝ ਨਾ ਕੁਝ ਉਹਨੂੰ ਖੁਸ਼ ਕਰਨ ਲਈ ਖਸਮ ਨੂੰ ਲੈ ਕੇ ਹੀ ਆਉਂਦਾ ਹੈ। ਤੇ ਜੇ ਤੁਸੀਂ ਸ਼ਸਤਰ ਤਲਵਾਰਾਂ ਲਿਆ ਕੇ ਬਾਪੂ ਨੂੰ ਖੁਸ਼ ਕਰਦੇ ਜੇ, ਤੇ ਦੇਵੀ ਵੀ ਖੁਸ਼ ਕਰਨ ਆ ਗਈ। ਕੁੱਲ ਕਾਇਨਾਤ ਦਾ ਮਾਲਕ ਸੀ ਉਹ। ਇਹ ਤੁਹਾਡੀ ਸੁਰਤੀ ਤੇ ਡਿਪੈਂਡ ਕਰਦਾ ਵੀ ਕਿਹਨੂੰ ਬ੍ਰਾਹਮਣਵਾਦ ਕਹਿ ਰਹੇ ਜੇ ਤੁਸੀਂ। ਓਕੇ ਜੀ ਬ੍ਰਾਹਮਣਵਾਦ ਹੈ,
हद हुई पई है। ये तुहाडी सुरती उस साखी नूं मोड़ के पुठे बने लिजा रही है। ते जे दूसरे पक्ष तो वेखो तो गुरु दे दर ते गुरु वड्डा है, गुरु जगत दा मालक है, सबना तो वड्डा है, ते ओदे दर ते कोई भी खाली हथ नहीं आउंदा, कुछ ना कुछ लैके आउंदे है। कोई तलवारां, कोई खड़गां लाया, कोई करद लाया, ते सानू की मुश्किल है। खंडे दी भुल सानू भी पता भी खंडे नाल तैयार होई है। ते जे देवी शस्त्र लै आई होवेगी ते इह च बुराई कोई नहीं है। इहदे नाल सिख देवी दा पुजारी नहीं बन जांदा। इहो जिहियां कई देवियां देवते कलगीधर दे चरनां ते बहिंदे ने आके तरले लैंदे ने, सुर नर मुन जन अमृत खोज दे, सो अमृत गुर ते जिहड़ा सानू बापू ने इत्थे आके दिता। बापू नूं लभदे फिरदे ने देवते भी सानू भी अमृत दे। कर्मां वाले जे जिन्हें साडे घर आके सानू अमृत दिता है। महाराज आखण सुन साखी मन जप प्यार, ते मेरे वर्गा बलारा आखे साखियां मन मत है। रब दा वास्ता जे गुमराह ना हो जाओ, रब दा वास्ता जे गुरु ग्रंथ साहिब सच्चे पातशाह च जोत है गुरु नानक दी, ते गुरु दा चोला इतिहास विच है। शरीर गुरु दियां साखियां सरगुण दा इतिहास सारा तुहानू सूरज प्रकाश दसम बाणी चों लभना है, भाई गुरदास कोलों लभना है, भाई नंद लाल कोलों लभना है। ते कित्थे जाओगे इतिहास नूं छड्ड के? इतिहास नूं छड्ड के मैनूं दस्सिओ भी इन्ना ही दस दवो मैनूं। गुरु ग्रंथ साहिब तो बाहर तुसीं कुछ पढ़ना नहीं ना। गुरु ते मन्नो इन्हां नूं। जिहड़ा ये कहिंदे जे इहदे बिना कुछ पढ़ना नहीं, दसो भी गुरु नानक साहिब जी किन्ना दे बेटे सन? लभो गुरु ग्रंथ साहिब विच, लभो मਹਿਤਾ कालू जी कित्थे ने। इतिहास बड़ा जरूरी है। साढ़े 10 बापू बैठे ने इतिहास विच, 10 पातशाहियां दा जीवन बैठा है इतिहास विच। हिंदू वीरां ने आ की है पुराण प्राचीन इतिहास अज तक नहीं छड्डिया। अज तक ये गल मनदे ने भी महाभारत दा जिहड़ा अगमी युद्ध होया वो ठीक है, उन्हां दी शरधा है उस जंग उत्ते। रामायण दे युद्ध ते उन्हां दा अकीदा है। ये सिखां च ही है भी आ भी जंग नहीं होया, आ भी नहीं होया, नीआं च नहीं चिणे गए, तली ते सिर नहीं रखिया। ये कीड़ा सारा सिखां जी कित्थों वड़ गया? तर्क दा कीड़ा। महाराज कहंदे ने वेद पुराण कतेब कुरान। वैसे भी बापू ने ड्यूटी लाई है। कोई भी प्रचारक है ना, हरकियां कथा कहानियां गुरमीत सुनाइयां, साखियां वो सुणाउंदा जिहड़ा गुरु दा प्यारा ते मित्र है। ते जिहड़ा साखी नहीं सुणाउंदा, साखी ते तर्क करदा, फिर उहनूं गुरमीत उहनूं प्यारा काहदे नाल आखोगे? इत्थे कह रहे ने हरकियां कथा कहानियां गुरमीत, ते जिहड़ा नहीं सुणाउंदा, जिहड़ा तर्क करदा, वो ते फिर वैरी होया गुरु दा, मित्र किदां हो गया? वो तो गुरु की गल ही नहीं सुनानी चाहता। गुरु ग्रंथ साहिब विच ते केवल अकाल पुरख की गल है। साढ़े 10 गुरुआं दे सरगुण चोले की गल कित्थों लभोगे? इहदे विच निर्गुण की जोत की गल है। इतिहास गुरु का शरीर है, पंथ गुरु का शरीर है। इतिहास दसम बाणी भाई नंद लाल, भाई गुरदास वर्गे महापुरुष ब्रह्म ज्ञानी साधु सतपुरुषां ने जो लिखिया है, गुरु का शरीर चोला जीवन लिखिया है। ते जिन्ना अकीदा सानू साडे गुरु ग्रंथ साहिब ते आ, उन्ना ही सानू इतिहास ते आ, क्योंकि उहदे विच भी 10 गुरु बैठे हुए ने। ते जिथे आखण ना इस गल दा जवाब दिओ ब्राह्मणवाद आ, ते सुरती नूं थोड़ा जिहा जोर दिया करो। वो देवी दी करद वांगू टौर साडे गुरु दा ही बनना है। सब उहदे दर ते ही आउंदे ने। इन्हां दी सुरती उहनूं ब्राह्मणवाद वल खिच के लिजा रही है। कोई ब्राह्मणवाद नहीं है, किते नहीं लिखिया भी उन्हां दी पूजा करनी है। कवि संतोख सिंह लिखदा इहो जिहियां देवियां बाबे लैणिया किते तड़के उठ के वेख गुरु नानक दे दर ते झाड़ू दे रहीआं ने। की लैण जाना हरद्वार, की लैण जाना गंगा ते? इत्थे लखां देवियां झाड़ू लैके किणका लै जांदियां ने, ते कईयां पखारियां नूं गंगा ते हरद्वार जाके वंडदियां ने। फिर लैण सारे ही इत्थों आउंदे ने। देण वाला केवल गुरु नानक है। किते निर्गुण स्वरूप समझ लो जां दुनिया ते सरगुण होके आया समझ लो, सब ओहदे दर ते आउंदे ने, सब ओहदे दर ते झुकदे ने। खैर वो अपने पुराणा नूं मंनदे ने। रब दा वास्ता जे अपने इतिहास ते
ਉਂਗਲ ਕਰਨ ਵਾਲਿਆਂ ਤੇ ਵੇਖਿਓ ਕਿਤੇ ਅਕੀਦਾ ਨਾ ਰੱਖ ਲਿਓ। ਲੈ ਜਾਣਗੇ ਸਭ ਕੁਝ ਖੋਹ ਕੇ, ਲੁੱਟ ਲੈਣਗੇ ਹੀਰੇ ਜਿਹੜੇ ਇਤਿਹਾਸ ਵਿੱਚ ਪਏ ਨੇ ਸਾਡੇ ਕੋਲ। ਕਿੱਥੋਂ ਲੱਭੋਗੇ ਚਮਕੌਰ ਦੀ ਗੜੀ, ਕਿੱਥੋਂ ਲੱਭੋਗੇ ਸਰਹੰਦ ਦਾ ਸਾਕਾ, ਕਿੱਥੋਂ ਲੱਭੋਗੇ ਮਾਛੀਵਾੜੇ ਦੇ ਕੰਡੇ? ਇਹ ਕਿਤੇੋਂ ਨਹੀਂ ਲੱਭਣਗੇ ਜੇ ਇਤਿਹਾਸ ਨੂੰ ਛੱਡ ਦਿੱਤਾ। ਜੇ ਇਤਿਹਾਸ ਨੂੰ ਛੱਡ ਦਿੱਤਾ, ਫਿਰ ਕਿਹੜਾ ਐਸਾ ਸਾਡੇ ਕੋਲ ਖਜ਼ਾਨਾ ਹੈ ਜਿੱਥੋਂ 10 ਮਹਾਰਾਜ ਦੀਆਂ ਸਾਖੀਆਂ ਲੱਭਾਂਗੇ? ਹੋਰ ਤੇ ਆਈ ਕੱਖ ਨਹੀਂ ਸਾਡੇ ਕੋਲ। खैर, वेद पुराण कतेब कुरान जमीन जबान सुबान के पेख, 4 वेद 18 पुराण सनातन मत दे धार्मिक जिन्ने भी ग्रंथ ने भावें कोई पढ़ लवे। कतेब कुरान शरीफ आदक ग्रंथ भावें कोई पढ़ लवे। जमीन जमान, जमीन की है धरती, जमान आकाश नूं कहिंदे ने। जमीन जबान सुबान के पेख, सुबान कहते ने सारी धरती अते उपरले ग्रह। धरती आसमान अते उपरले जिन्ने भी ग्रह हन, इन्नी भी सरबगता बंदे कोल आ जावे, इन्नी दूर तक ओदी निगाह खुल जावे। मुसलमानी किताबां पढ़ लवे, धार्मिक पुस्तकां पढ़ लवे, इन्नियां बरकतां दा भी किते वो मालक बन जावे। ते पातशाह एक गल कहिंदे ने, ध्यान दिओ। आखण लगे तूं दान करदा है, ठीक है, माण ना करी, तूं संजम रखिया, तूं इंद्रे काबू विच कर लए ने, हंकार ना करी। तूं रब दे गुण गाउणा है, सिमरन करना शुरू कर दिता, हंकार ना करी, सेवा दा मान ना करी। ये तो हुक्म ही है, दान पुन सानू हुक्म है। पुन दान का करे शरीर सो गिर ही गंगा का नीर। पुन दान दा हुक्म है, पर लोड़वंद नूं गरीब गुरबे नूं। इउं सच्चे पातशाह आखण लगे ये जरूरी है, करना पवेगा। एक जगह यह भी लिखिया जे, जप तप संजम धर्म ना कमाया, सेवा साधना जान्या हर राया। कहो नानक हम नीच कर्मा शरण परे की। कहंदे ना मैं जप कीता, ना मैं तप कीता, ना संजम, ना इंद्रे ही काबू विच, अखां शरीर ही काबू विच रहा। हे पातशाह, मैं कुछ भी वो नहीं कर सकिया जिहदे नाल तू मिलदा है। सेवा साधना जान्या हर राया, क्यों ये नहीं कर सकिया? नीच कर्म सी साडे। इत्थे एक बने ये कह रहे ने, दूजे बने खंडन है। खंडन उत्थे है जिथे हंकार दा किणका आ गया। जे सेवा सिमरन जप तप विच हंकार नहीं, ते पातशाह आखण लगे तेरा कीता होया सब कुछ ही सफला है। हंकार नूं वड्डा औगण दस्या बाणी ने। भावें तू वेद पुराण जिन्ने भी उपलब्ध दुनिया दे ग्रंथ ने घोख लई, पढ़ लई, पौन आहार। जति जत तार सभे सो विचार, हजारक देखै। इन्नी भी अवस्था हो जावे, कई साधु ना पौन आहारी हो जाते ने हवा दे बल ते। गुरु ग्रंथ साहिब विच भी बेअंत जगह जिक्र आउंदा है, उन्हां दा आहार ही हवा है। जां इहों समझ लो भी थोड़ा जिहा ही आहार लैंदे ने, सीमित जिहा ही आहार लैंदे ने। जति कल भी आपां जिक्र कीता सी, ब्रह्मचारी लोक, जत सत रखण वाले लोक, ਜਿਹੜੇ ਕਹਿੰਦੇ ਨੇ ਭਾਈ ਵਿਆਹ ਨਹੀਂ ਕਰਾਇਆ ਤੇ ਇਹਦੇ ਨਾਲ ਹੀ ਮੁਕਤ ਹੋ ਜਾਵਾਂਗੇ। ਸਭੈ ਸੋ ਵਿਚਾਰ ਹਜ਼ਾਰਕ ਦੇਖੈ। ਇਦਾਂ ਹਜ਼ਾਰਾਂ ਹੀ ਜਿਹੜੇ ਐਸੇ ਲੋਕ ਨੇ ਤੀਰਥਾਂ ਤੇ ਜਾਂਦੇ ਨੇ, ਦਇਆ ਸੰਜਮ ਕਰਦੇ ਨੇ, ਧਾਰਮਿਕ ਗ੍ਰੰਥਾਂ ਨੂੰ ਪੜ੍ਹਦੇ ਨੇ, ਬੜੇ ਐਸੇ ਕਰਮ ਕਾਂਡ ਉਹ ਕਰਦੇ ਨੇ। ਉਹਨਾਂ ਵਿਚਾਰ ਵੀ ਬੜੀ ਕੀਤੀ ਹੈ, ਗਿਆਨੀ ਵੀ ਆਪਣੇ ਆਪ ਨੂੰ ਅਖਵਾਉਂਦੇ ਨੇ। हजारां ही ऐसे संत साधु जिहड़े बने हन, अपने आप नूं अखवाउंदे हन। विचार हजारक देखिया मैं वेखे होए ने। पर याद रखियो, इस गल दा ख्याल रखियो, इउं समझ लो भी उन्हां ने सारे ही ये शुभ कर्म कीते होण, तीर्थां ते भी गए होण, दान भी कीता सी, संजम भी रखिया सी, ग्रंथ भी धार्मिक सारे पढ़े सी, विचार भी कीती सी, बड़े अपने आप नूं ज्ञानी अखवाउंदे सन।
इन्ना कुछ वो करन वाले जिहड़े लोग सन, श्री भगवान भजे बिन भूपत एक रति बिन एक ना लेखै। इन्ना कर्मां दे करदियां रति प्रेम, जे प्रेम ना पैदा होया गुरु नानक दे दर दा, अकाल पुरख दे दर दा, ते याद रखी पातशाह कहंदे ने सब मिट्टी है, किसे काम नहीं आए। दान पुन कीते, तीर्थां ते जाया, ये करने ते सी भी उहदा प्रेम पैदा होवे, वो प्रगट होवे ते प्रगट होया ही ना। इहदा मतलब भी हंकार दा किणका लै डुबिया। हंकार ने दिदारे नहीं होण दिते। इन्ना कुछ चंगियों चंगा आपां कर लईए। पातशाह आखण लगे तू बड़े ग्रंथ पढ़े होणगे। किन्ने ग्रंथ ने? पाठ पढ़ियो अर वेद विचारियो, निवल भयंगम साधे। बड़े पाठ पढ़े होणगे तू, बड़ा तू ज्ञान चुकी फिरदा आवेगा, बड़ी तेरे कोल विद्या होवेगी। विचार करनी माड़ी गल नहीं है, विद्या पढ़नी माड़ी गल नहीं है, पर एक गल दा ख्याल रखी, जे तेरी विद्या ही तेरे गुरु लई तर्क कर रही है खड़ा, ते डुबेगा। फिर जे तेरी विद्या विपरीत चल पई है, तू उल्टा गुरु दी बाणी, गुरु दे इतिहास दा ही वैरी बनया बैठा है, डुबेगा। फिर इहदा बचाव कोई नहीं है। पाठ पढ़ियो अर वेद विचारियो, निवल भुयंगम साधे। पंच जना स्यों संग ना छुटकियो। विकारां तो ते विद्या ने फिर ना बचाया। हंकार फिर चुकी फिरदा ज्ञान दा, मैं ठीक कहना, ये बाणी ठीक नहीं, ये इतिहास ठीक नहीं। फिर एक ट्राली भरी फिरदा हंकार दी, हंकार फिर नाल लई फिरदा। अदक अहं बुद्ध बाधे, विद्या ते लई पर हंकार ही वधिया, शांति नहीं आई। ये किणका खड़ा हो गया ना भी मेरे वर्गा कौन ज्ञानी है। तर्क करदा ही वो है जिन्हों ये शक पै जावे भी मेरे वर्गा शायद अगे पैदा ही नहीं होया 400 साल विच कोई संत, 400 साल विच कोई ज्ञानी जागरूक पैदा ही नहीं होया, असीं जम्मे आ। जिन्हों ये शक पै जावे कहंदे पढ़ ला किताबा, पढ़िया जेती आरजा, पढ़िया है जेते सास। नानक लेख्या एक गल होर हौमै चखना। विद्या ते प्रेम पैदा करन लई पढ़नी है। तू ते कैंची लै लई है, बाणी कट्टी जाना। विद्या ते पढ़ी, तू ते कैंची चुकी फिरदा, इतिहास कट्टी जाना। पढ़नी ते सी बाबे नानक ना प्रेम पैदा होवे, ते तू पढ़ी है जहर घोलण दे लई, कहंदे डुबेगा। ਇਹਦੇ ਨਾਲ ਕਹਿੰਦੇ ਬਚਾ ਨਹੀਂ ਹੋਏਗਾ। ਜੇ ਤੇ ਵਿਦਿਆ ਪੜ੍ਹ ਕੇ ਪ੍ਰਭੂ ਦੇ ਭੈ ਵਿੱਚ ਰਹਿ ਕੇ ਉਹਨੂੰ ਸਿਮਰਨ ਲਈ ਵਰਤਿਆ ਹੈ, ਤੂੰ ਹੋਰਾਂ ਨੂੰ ਗੁਰੂ ਨਾਲ ਜੋੜਿਆ ਹੈ, ਹੋਰਾਂ ਨੂੰ ਵਿਚਾਰ ਤੂੰ ਸਿਖਾਉਣੀ ਕੀਤੀ ਹੈ, ਠੀਕ ਹੈ। ਜੇ ਵਿਦਿਆ ਦਾ ਹੰਕਾਰ ਲਈ ਫਿਰਦਾ ਹੈ, ਪਾਤਸ਼ਾਹ ਆਖਣ ਲੱਗੇ ਪੜਿਆ ਮੂਰਖ। ਆਖੀਐ ਪੜੇ ਨੂੰ ਮੂਰਖ ਆਖਿਆ, ਜਿਸ ਲੱਭ ਲੋਭ ਅਹੰਕਾਰਾ। ਕਹਿੰਦੇ ਕਾਹਦਾ ਹੈ? ਹੰਕਾਰ ਚੁੱਕੀ ਫਿਰਦਾ ਹੈ। ਇਸ ਕਰਕੇ ਵਿਦਿਆ ਨੂੰ ਭਾਈ ਬਾਣੀ ਦਾ ਆਨੰਦ ਲੈਣ ਲਈ ਵਰਤੋ, ਨਾ ਕਿ ਬਾਣੀ ਨੂੰ ਕੱਟਣ ਲਈ ਵਰਤੋ। ਕੱਟਣ ਲਈ ਵਰਤੋਗੇ ਬਾਣੀ ਤੇ ਕੱਟੀ ਜਾਣੀ ਨਹੀਂ। ਕੱਟਣ ਵਾਲੇ ਕਈ ਕੱਟੇ ਗਏ ਨੇ। ਕਈਆਂ ਨੂੰ ਤੇ ਬੰਦਾ ਸਿੰਘ ਬਹਾਦਰ ਨੇ ਕੱਟਿਆ ਸੀ ਨਾ, ਰਾਮ ਰਾਈਆਂ ਨੂੰ। ਤੇ ਸੰਤ ਜਰਨੈਲ ਸੋਹਣਾ ਵੀ ਕਈ ਕੱਟੇ ਸਨ, ਤੇ ਗਾਂ ਵੀ ਕੋਈ ਨਾ ਕੋਈ ਸੇਵਾ ਇਹ ਚੋਕੀ ਲੈਂਦਾ ਹੈ। ਜਿਹੜੇ ਕੱਟਣ ਤੁਰ ਪਏ ਬਾਣੀ ਨੂੰ, ਉਹਨਾਂ ਨੂੰ ਕੱਟਣ ਵਾਲੇ ਵੀ ਤੁਰ ਪੈਂਦੇ ਨੇ। ਫਿਰ ਜਿਹੜੇ ਉਹਦੇ ਵਜੂਦ ਨੂੰ ਖਤਮ ਕਰਨ ਤੁਰ ਪੈਣ, ਤੇ ਕਿਸੇ ਨਾ ਕਿਸੇ ਦੀ ਡਿਊਟੀ ਉਹ ਲਾ ਦਿੰਦਾ। ਇਸ ਕਰਕੇ ਖਿਆਲ ਰੱਖਣਾ ਚਾਹੀਦਾ ਹੈ ਵੀ ਜਿੰਨੀ ਕੁ ਹਸਤੀ ਹੋਵੇ ਉੱਥੋਂ ਤੱਕ ਹੀ ਸੀਮਿਤ ਰਹਿਣਾ ਚਾਹੀਦਾ ਹੈ। ਰੱਬ ਦੇ ਨਾਲ ਕੀੜੇ ਦਾ ਮੁਕਾਬਲਾ ਕੋਈ ਨਹੀਂ ਹੈ। ਖਸਮ ਦੇ ਨਾਲ ਕੀੜੇ ਦਾ ਮੁਕਾਬਲਾ ਕੀ ਹੈ? ਕਲਗੀਧਰ ਨਾਲ ਕੌਣ ਲੜ ਸਕਦਾ? 10 ਲੱਖ ਦਾ ਘੇਰਾ ਪਿਆ ਹੈ, ਆਪਾਂ ਆਖੀਏ ਵੀ ਡਰ ਗਿਆ ਹੋਵੇਗਾ। ਫਾਰਸੀ ਦਾ ਆਲਮ ਲਿਖਦਾ ਹੈ ਵੀ 10 ਲੱਖ ਦਾ ਘੇਰਾ ਹੈ, ਤੇ ਮੈਂ ਸਮਝਿਆ ਡਰ ਗਿਆ ਹੋਵੇਗਾ। ਤੇ ਕਹਿੰਦਾ ਵੀ ਕਮਾਲ ਦੀ ਬਰਕਤ ਹੈ। ਆਖਣ ਲੱਗਾ ਕਿ ਪੈਮਾ ਸ਼ਿਕਨ बेद रंग आमदन, मया तेग तीरो तू फंग आमदम। कहंदा औरंगजेब तेरियां लखां फौजां के पैमा शिकन, वादा तोड़न वाले, झूठियां कसमां खा के ते मेरे वल वधे आउंदे ने, ते वधे इदां ने, मैं आ तेग तीरो तू फंग आमदन। म्याना चों तलवारां कढियां ने, मोढे पथे टंगे ने,
कमान इन्हां दे हथ विच है, रफला मोढे, तुफंग मोढे टंगी हुई है, ते 10 लाख दे घेरे नूं बयान कीता है। की मुकाबला है गुरु नाल लख दा, 10 लाख दा, कीड़ियां मकौड़ियां दा। बंदा हुंदा ते डर जांदा, पिछों दी राह लभदा। ते कवि कहंदा मैं हैरान रह गया भी भज्जण दी बजाए ना बंदा ते भज जांदा। आखण लगा बला चारगी धर्मिया आमदम, बा तदबीर तीरो तो फंग आमदम। कहंदे मैं लाचार हो गया, मैं भी नंगी तलवार फिर म्यान चों कढ़ी है। बला चारगी दरमिया, उन्हां दे दरम्यान फिर नंगी तलवार लैके मैं आया पूरा जिवें तदबीर नाल सज धज के सूरमे आउंदे ने। बा तदबीर तीरो तो फंग आमदम, मैं भी रफल चुकी है, मैं भी भथा तीरां नाल भरिया है, मैं भी मोढे ते धनुख पाया है, मैं भी हथ विच नंगी तलवार लैके फिर सामने होके धज्जियां उडाइयां ने। कहंदा इत्थे लखां भी आ जाणगे ते खुदा नूं कोई डर है दसो? ये कई लखां आए कीड़े मकौड़े उड गए, किते इतिहास उडेगा? इत्थे लखां आए गुरु दा इतिहास मिटाउण वाले, बाणी नूं मिटाउण वाले, गुरु घर तो अकीदा संगत दा खत्म करन वाले। अज राम राइए पसौड़ीए किथे ने? इदां ही इन्हां मर मिट जाना कोई लभदा इत्थे? ये वाधू दा भुलेखा है भी कोई कीड़ा समझे गुरु घर ना मथा लाया जा सकता है। ना कोई पैदा होया, ना कोई पैदा हो ही सकिया। इत्थे कई आए ने ਸਿੰਘਾਂ ਨੂੰ ਭਾਜੀ ਮੋੜਨੀ ਆਉਂਦੀ है, वो पातशाह आप किरपा कर दिंदा है। इस करके खसम नाल मथा लाउण दी बजाए खसम दे चरनां 'ਚ ही सिर रखिया चंगा है। कोई भी प्रचारक है, असीं भी विच ही आउंदे आ, इहदे नाल मथा लाउण दी बजाए विद्या दा माण करन दी बजाए इहदे चरनी सिर रखिया चंगा है। विद्या इस लई है आनंद लो, गुरु दी सिੱਖੀ दा प्रचार करो, जुड़ो ते होरां नूं जोड़ो। ते जे पढ़ाई दा मान हो गया, अपने आप नूं सूझवान ज्ञानी समझदा, ते बापू ने फिर मूर्ख आख्या, कहंदा मूर्खियां नूं रब नूं सियाणा। गुरु दी बाणी ते तर्क, ते गुरु रब है, ते रब दी लिखत रब नूं पता ही नहीं भी इदां लिखना चाहिदा सी, तैनूं 4 किताबां पढ़ के पता लग गया। इसे पातशाह आखण लगे भावें तू जिन्ने वेद पुराण पढ़ ला, पर याद रखी जे अंदर हंकार दा किणका है, ये किसे काम नहीं आउणगे। विद्या सिੱਖੀ है तुसीं, गुरु नाल जोड़ो, रब दा वास्ता जे गुरु नालों तोड़िया ना करो। विद्या गुरु नाल जोड़न लई है, तोड़न लई नहीं है। महाराज आखण लगे ते जे कोई हटे ही ना खंडन करन ते समा खराब ना करो। ते स्यों किश ना कहीए अजाणा है, वो अनजान है, वो मूर्ख है। जे वो डुबना चाहुंदा है ते ओहदी बेड़ी नूं हथ पा के तारन दी कोशिश ना करो, डुबण दिओ। ਜਿਹੜਾ ਡੁੱਬਦਾ ਹੈ ਉਹਨੂੰ ਡੁੱਬਣ ਦਿਓ। ਮੂਰਖ ਸਿਉ ਨਹਿ ਲੂਜ ਪ੍ਰਾਣੀ, ਨਾ ਬੈਸ ਮੂਰਖ ਦੇ ਨਾਲ। ਜੇ ਗੁਰੂ ਤੇ ਅਕੀਦਾ ਨਹੀਂ ਕਰਦਾ, ਤੂੰ ਯਤਨ ਕੀਤਾ ਅਕੀਦਾ ਨਹੀਂ ਕਰਦਾ, ਹਰ ਜਪੀਐ ਪਦ ਨਿਰਬਾਣੀ ਹੈ, ਤੂੰ ਮਾਲਾ ਲੈ ਕੇ ਉਹਦੀ ਆਰਾਧਨਾ ਕਰ, ਇਹਦੇ ਕੋਲ ਬਹਿ ਕੇ ਸਮਾਂ ਨਾ ਖਰਾਬ ਕਰ। ਇਹ ਆਪ ਕਾਲਾ ਭਾਂਡਾ ਹੈ, ਤੈਨੂੰ ਵੀ ਕਾਲ ਖਿਲਾਵੇਗਾ। ਜੇ ਤੇਰੇ ਨਾਲ ਸਹਿਮਤ ਨਹੀਂ ਹੈ, ਤੇਰੀ ਸ਼ਰਧਾ ਤੋੜ ਰਿਹਾ ਹੈ, ਤੇ ਪਾਤਸ਼ਾਹ ਕਹਿੰਦੇ ਮੂਰਖ ਹੈ, ਦੂਰ ਹੋ ਜਾ ਇਹਦੇ ਕੋਲੋਂ, ਕੋਈ ਫਾਇਦਾ ਨਹੀਂ ਹੈ ਇਹਦੇ ਕੋਲ ਬੈਠਣ ਦਾ। ਤੇ ਜੇ ਸੂਰਜ ਪ੍ਰਕਾਸ਼ ਇਤਿਹਾਸ ਪੜ੍ਹਨ ਨਾਲ ਕੀ ਆਂਦੇ ਬ੍ਰਾਹਮਣਵਾਦ ਹੈ, ਬਾਹਮਣ ਬਣ ਜਾਈਦਾ। YouTube ਤੇ ਸਰਚ ਕਰਿਓ 20ਵੀਂ ਸਦੀ ਦਾ ਸਭ ਤੋਂ ਮਹਾਨ ਸਿੱਖ ਸੰਤ ਸਿਪਾਹੀ ਸੰਤ ਜਰਨੈਲ ਸਿੰਘ ਖਾਲਸਾ 14ਵੇਂ ਮੁਖੀ ਦਮਦਮੀ ਟਕਸਾਲ ਰੋਜ਼ ਸ਼ਾਮ ਨੂੰ ਸੂਰਜ ਪ੍ਰਕਾਸ਼ ਦੀ ਕਥਾ ਕਰਦੇ ਸੀ। ਤੇ ਜੇ ਉਹ ਕਥਾ ਕਰਕੇ ਬਾਹਮਣ ਨਹੀਂ ਬਣੇ, ਅਸੀਂ ਕਿਦਾਂ ਬਣ ਚੱਲੇ? ਤੇ ਜੇ ਉਹ ਕਥਾ ਕਰਕੇ ਬਾਹਮਣ ਬਣ ਗਏ ਸੀ ਤੇ ਫਿਰ ਬੀਬੀ ਇੰਦਰਾ ਨੂੰ ਕੀ ਲੋੜ ਸੀ ਟੈਂਕਾਂ ਦੇ ਗੋਲੇ ਚਲਾਉਣ ਦੀ? ਉਹ ਤੇ ਉਹਨਾਂ ਨਾਲ ਹੀ ਰਲ ਗਏ ਸੀ ਨਾ। ਵੀ ਸੂਰਜ ਪ੍ਰਕਾਸ਼ ਪੜਿਆ, ਦਸਮ ਗ੍ਰੰਥ ਪੜਿਆ, ਕਹਿੰਦੇ ਵੀ ਬ੍ਰਾਹਮਣ ਬਣ ਜਾਈਦਾ, ਵੀ ਹਿੰਦੂ ਮਤ ਦਾ ਉਹਦੇ ਤੇ ਪਹਿਰਾ ਹੋ ਜਾਂਦਾ ਹੈ। ਸੂਰਜ ਪ੍ਰਕਾਸ਼ ਦਸਮ ਗ੍ਰੰਥ ਪੜਿਆ, ਭਾਈ ਗੁਰਦਾਸ ਨੂੰ ਪੜਿਆ, ਬ੍ਰਾਹਮਣਵਾਦ ਹਾਵੀ ਹੋ ਜਾਂਦਾ। ਤੇ ਬਾਬਾ ਜਰਨੈਲ ਸਿੰਘ ਤੇ ਰੋਜ਼ ਹੀ ਦਸਮ ਦੀ ਕਥਾ ਕਰਦੇ ਸੀ। ਤੇ ਜੇ ਪੰਥ ਲਈ ਸਿਰ ਵਾਰਨ ਵਾਲੇ ਉਹਨਾਂ ਨੂੰ ਤੁਸੀਂ ਬਾਹਮਣ ਕਹਿੰਦੇ ਜੇ, ਤੇ ਮੈਂ ਕਹਿੰਦਾ ਫਿਰ ਬਾਹਮਣ ਬਣ ਜਾਣਾ ਚਾਹੀਦਾ।
कौन नहीं चाहता बाबे जरनैल सिंह के चरणों की धूड़ बनना। ते जे वो सूरज प्रकार दसम की कथा करदा सिर वार गया कौम दे लई, ते दसो ये पढ़न वाले सिर किदां झुका जाणगे, भी ते वारनगे ही ना। फिर थोड़ा जिहा इस गल नूं सोचिया करो भी बाबा जरनैल सिंह इहो कुछ पढ़ते रहे ने, इहो कुछ संगत च सुणाउंदे रहे ने जो सुन रहे जे, ते जे उहनूं सूरज प्रकाश दसम की बाणी ने ब्राह्मण नहीं बनाया ते साडे नाल भी धक्का नहीं होण लगा, सानू भी सिर वारन वाले सूरमे ही बनावेगी, ब्राह्मण नहीं बनाउंदी, फिक्र ना करया करो। इत्थे सीधा जिहा मतलब है, कहंदे ठीक है तेरे कोल सिमरन है, जप है, तप है, जे प्रभु दा प्रेम नहीं सब निसफल है। ठीक है तेरे कोल बड़ा कुछ है, तेरे कोल विद्या है, तीर्थ ने, दान है, पुण्य है, जे प्रेम नहीं ते सब कुछ निसफल है। जिन्ना मर्जी भार चुकी फिर हुण खोते दे उत्ते किताबां लद दो ते दा मतलब ये थोड़ा खोता ज्ञानी हो गया। किताबां दा भार इत्थे जिन्ना मर्जी चुकी फिरां, पढ़िया मूर्ख जिन्ना मर्जी इत्थे किताबां दा भार चुकी फिरां, जे जीवन ते ढालिया ही नहीं बाणी नूं। महाराज आखण लगे नहीं, जे हंकार चुकी फिरदा खोते वांगू माणियां भी इन्नियां किताबां दी पंड चुकी है, अंदर ते समाया ही कख ना। पातशाह कहंदे हंकार तो बचना है, अवस्था तैनू ऐसी मिल गई तू पौण आहारी हो गया है। देखो एक गल वल ध्यान दिओ, साइंस ये गल मानदी है, डॉक्टर ये गल मानते हैं, इट्स द साइंटिफिक थिंग दैट वी मोस्टली नीड ऑक्सीजन, जरूरी है, साह लैण दी हवा चाहिदी है ना। ते बापू की कह रहा, पौन हार जती जत धार, जदों चाहिदी हवा है साह लैण लई, ते फिर हवा दे सिर ते जिउंदा क्यों नहीं रहा जा सकता। प्रूफ करन साइंटिफिक तौर पर, ये कहते नहीं गप्पां लिखियां ने भी हवा दे सिर ते कौन जिउंदा रहिंदा, होर काहदे सिर ते तुरे फिरदे जे। सब तो जरूरी हवा ही है। भावें तेरी एडी अवस्था हो जाए भी तेरी जुबान दी पकड़ है, इन्नी क तेरी पकड़ हो गई इंद्रियां ते भी तेरी जुबान अन्न पानी नूं वेख के डोलदी नहीं, हवा दे सिर ते जीउण लग पवें। इत्थे गल अवस्था दी कर रहे ने भी एडा भी क्यों ना हो जावे, अपने आप नूं जती अखवावें, जत धार जत सत दा धारनी तू बन जावें। महाराज सच्चे पातशाह आखण लगे, सबै सो विचार हजारक देखै, इन्नियां ताकतां तेरे कोल आ जाण, हजारां ही विचारां तेरे अंदर बैठ जाण, बड़ा तू वड्डा ज्ञानी बन जावें। श्री भगवान भजे बिन भूपत एक रति बिन एक ना लेखा, एडी उच्ची अवस्था भी होवे, ज्ञानी बन गया तीर्थां ते जाना है। आखण लगे जे तेरे अंदर ओदे भजन दी प्रीति नहीं, एक रति नहीं, प्रेम नहीं, एक ना लेखा, ये जिन्ने भी कर्म धर्म तीर्थां ते धक्के खाधे, विद्या सिखी दान पुन कीता, आखण लगे एक ना लेखा, ये लेखे विच नहीं पवेगा। ते ब्राह्मण ते हिंदू कवि ते ये लिखेगा ना भी तीर्थां ते ही जाया करो, लेखे च ही वो पैना। जे हिंदू कवि ने लिखिया होवे दसम बाणी नूं, वो आखेगा भी जाना ही मंदिरां ते तीर्थां ते आ, फिर गल बननी है। उन्हें आखना छड्डो प्रेम प्रूम दीयां गल्लां, भी असीं प्रेम दीयां गल्लां सिखाउंदे रहीए, ये तीर्थां दे आउणों हट जाण ते रोटी पाणी किद्दां चले पंडितां दा। वो गल ही पखंड दी करेगा, गुरु साहब पखंड नूं कटदे ने। इन्ना कुछ भी कहंदे तूं कर लिया, जे उहदे तेरे प्रति एक गल दा ख्याल रखी, तेरे हिरदे दे अंदर उहदे प्रति प्रेम नहीं ते तेरे प्रति उहदे अंदर भी प्रेम नहीं है। फिर प्रेम नूं प्रेम है, जिन्ना उसनूं करेगा अगों मिलेगा। इन्हां चीज़ां दा खंडन करके ना इस गल वल ध्यान दिओ, सप पौण दे सिर ते जिउंदा जे, पौण आहार। सप जिहड़ा है ना, तुसीं किते चलो डिस्कवरी नूं छड्डो, किते गूगल ते सर्च मारिओ भी सप दी खुराक की है, 6-6 महीने सप पानी नहीं पींदा, किदां जिउंदा? हवा दे सिर ते। हवा दे सिर ते क्यों? हवा ऑक्सीजन है। ते आपां नूं इस गल दा पता है, जिहड़े सपां नूं पालदे ने उन्हां नूं इह गल पुछिओ, उन्हां नूं इह गल पुछिओ भी कदे सप नलके कोल कदे खूह कोल पानी पींदा वेखिआ? सप नूं पानी पीण दी बहुती लोड़ नहीं है, उन्होंने पानी पीण दी लोड़ नहीं है।
परमात्मा ने ऐसा प्रबंध किया होया है भी उहदे तलूए ते ना तलूए ते उहदे तलूए ते एक छाला हुंदा, छाला। उस छाले दे नाल जदों हवा टकराउंदी है, जिसनूं असीं जहर कहने ना, छाले नूं, पानी किदां बनदा है? ऑक्सीजन ते कार्बन डाइऑक्साइड दे मेल नाल। छाले च की आ? जहर, कार्बन डाइऑक्साइड आ। जदों हवा आके उहदे नाल स्पर्श करदी है, मूँह खोलदा है, वो जिहड़ा छाला है, वो जिहड़ा जहर है, वो जिहड़ी साल्ट है, वो जिहड़ा कार्बन डाइऑक्साइड है, जदों हवा स्पर्श करदी है, वो पानी बन के, तुबके बन के उहदे गल विच पै जांदा है। पौण आहार, पानी खुराक नहीं है उहदी, उहदा खुराक की है? उहदा खुराक है हवा। वो जदों जहर दे नाल हवा टकराई, उन्हें पानी दा रूप अख्तियार कर लिया। फिर वो जदों भी साह लैंदा, हवा अंदर खिंचदा, छाले नाल टकराउंदी है, पानी दे तुबके बन जांदे ने। ऐसी रचना बापू ने कीती होई। ते जिहड़े डेजर्ट विच सप रहिंदे ने, जिहड़े डेजर्ट विच सप रहिंदे ने, उत्थे ते पानी हुंदा नहीं, वो लंबा समा पानी तो बिना रह जांदे ने। उत्थे तो पानी हुंदा ही नहीं। रेगिस्तान विच पानी कित्थों लभेगा? कैनेडा, अमेरिका, जिन्हां घरां च सप पाले ने, पुछ के वेखियो। सप्पां दे शकीन बड़े ने लोग। मैं एक दोआं नूं पुछया, मैं पानी पूनी कहंदे कुछ ही है, इहनूं की आखोगे? पौण आहार। ਉਹ ਭਾਵੇਂ ਇਹ ਬਰਕਤਾਂ ਤੇਰੇ ਕੋਲ ਆ ਜਾਣ ਵੀ ਤੂੰ ਹਵਾ ਦੇ ਸਿਰ ਤੇ ਜਿਉਂਦਾ ਰਹਿਣ ਲੱਗ ਪਵੇਂ। ਬਾਪੂ ਕਹਿੰਦਾ ਲੱਖ ਬਰਕਤਾਂ ਤੂੰ ਲੈ ਆ, ਪਹਿਲੀ ਲੋੜ ਹਵਾ ਹੈ, ਇਹ ਵੀ ਸਮਰੱਥਾ ਤੇਰੇ ਕੋਲ ਆ ਗਈ, ਹਵਾ ਨਾਲ ਜਿਉਂਦਾ ਰਵੇਂ। जोग अभ्यास के नाल तू ये बरकतां भी लै आवें। याद रखी, गल नहीं बननी। जिन्ना चिर भगवान का भजन नहीं करता, जप तप तीरथ लख तू कर नहीं, जब तब संजम तू कर नहीं, तीर्थां दे धक्के तू खा नहीं, कर्म धर्म तू जिन्ने मर्जी कर नहीं, वाहिगुरू की प्राप्ति नहीं होनी। जिन्ना चिर तेरे अंदर प्रीति नहीं पैदा हुई, प्रेम नहीं पैदा होया। अगे पातशाह आखण लगे ने, एक रत्ती पर भी प्रेम पैदा कर लिया, इन्हां तीर्थां तो वड्डा महात्म हो जाएगा। एडियां बरकतां तेरे पास आ जाणगियां। अगला सवैया संखेप विच अर्थ करा। शुद्ध सिपाहा, फिर डांग खड़कन लगी है। शुद्ध सिपाहा दुरंत दुबाहा, सो साज सनाहा दुरजान दलेंगे। पाखंड का खंडन करके आखण लगे भी सिखा जो भी करना है प्रेम की भावना रख, फिर सब कुछ ही सफला। ते जे अंदर तेरे प्रेम नहीं है, विखावे लई तीर्थां ते जाना, बल्ले बल्ले कराउण लई सेवा करदा है, चौंकड़ा लाउंदा है। बापू कहंदे जग ते बल्ले बल्ले करेगा, खसम ने बल्ले बल्ले नहीं करना। ਉਹਦੇ ਦਰਦੇ ਤੋਂ ਪ੍ਰਵਾਨ ਨਹੀਂ ਆਉਣਾ। ਇਉਂ ਬਾਦਸ਼ਾਹ ਆਖਣ ਲਗੇ, ਸ਼ੁੱਧ ਸਿਪਾਹਾ ਤੁਰੰਤ ਦੁਬਾਹਾ, ਸੋ ਸਾਜ ਸਨਾਹਾ ਦੁਰਜਾਨ ਦਲੇਂਗੇ। ਦੁਨੀਆ ਦੇ ਵਿੱਚ ਐਸੇ ਐਸੇ ਰਾਜੇ ਹੋਏ ਨੇ, ਸੁੱਧ ਸਿਪਾਹਾ। ਸੁੱਧ ਕਹਿੰਦੇ ਨੇ ਜਿਹੜਾ ਪੂਰਾ ਜੰਗ ਯੁੱਧ ਦੇ ਵਿੱਚ ਟ੍ਰੇਨਡ ਹੋਵੇ। दुरंत तबाह, पिछे दोवां सवाइयां तुसीं जिक्र सुनिया सी राजियां दी ताकत दा। इत्थे पातशाह उहदे तो अगाह बरकतां बयान करन लगे ने। आखण लगे, गल सुनो भीम चंदा, ऐसे ऐसे राजे दुनिया च होए ने जिन्हां राजियां दे पास शुद्ध सिपाहा, सजियां धजियां सिखियां फौजां होंदियां सन। कई तो सिख ही नहीं ना होंदे, कई फौज तनख्वाह वेख के भर्ती हो जाते, जो डांग खड़कदी, जो राह लभदे भजना कहती, ते कई होंदे ने सिर तली ते रखने वाले। ऐसे ऐसे राजे हुए जिन्हां दे कोल शुद्ध सिपाहा तुरंत दुबाहा, इन्नियां क सिखियां लड़ाकू फौजां सन। दुरंत कहंदे ने, कुछ बागी हुंदे ने, बागी जिहड़े दबाए नहीं जा सकते। कुछ बागी हुंदे ने सूरमे जिहड़े झुकदे नहीं सरकारां कोल। आखण लगे, एडे एडे राजे होए ने जिन्हां दे अगे दुरंत दुबाहा, बागियां ने सिर ते चुकिया, जिन्हां दा सिर दबाउणा कठन ते सी, पर एडी सिक्खी फौज सी, वड्डे वड्डे बागियां दे सिर ला के सुट दित्ते गए।
शुद्ध सिपाहा तुरंत दबाहा सो साज सनाहा दुर जान दलेंगे। लोहे की सना संजो पा के ਐਨ पूरी वर्दी पा के निहंग सिंह जिद्दां संजो पाउंदे ने, सज धज के शस्त्र पहन करके जदों मैदाने जंग विच नितरदे सन दुरजान दुष्टां मलेशां बागियां दे सामने नितरदे सन दुरजान दलेंगे। एडे घातक सूरमे सन भी एक वैरी नूं मारना ते कोई औखा नहीं है। दलां दे दल बागियां दे सिर फें के रख दिंदे सन। ऐसियां बरकतां उन्हां नूं प्राप्त सन। ये वैराग का उपदेश कर रहे हैं, पिछे पखंड का खंडन करके फिर वैराग की गल करन लगे ने। भाई भी इन्हां दा माण ना करी तख्तो ताज दा, कहंदे इन्ने ताकतवर सन भारी गुमान भरे मन में, कर पर्वत पंख हले ना हलेंगे। एक कमाल का वचन इत्थे कलगीधर ने लिखिया, कहंदे इन्ना मान सी ना उन्हां नूं अपनी ताकत ते, वो जिहड़ी सजी धजी फौज सी, इन्ना मान सी भी जदों मैदाने जंग विच वो पैर गड्ड दिंदे सी ना, जदों मैदाने जंग विच पैर गड्ड दिंदे सी, वो जिहड़ा सुमेर पर्वत है ना, कहंदे सुनिया है उहदे भी पैर बड़े पक्के ने, उन्होंने अज तक कोई पुट नहीं सकिया। ये तो कहते हो सकता भी वो पर्वत पुटिया जाए, पर इन्हां माई के लालां च ऐसियां बरकतां सी, इन्हां दे पैर गड्डे जांदे सन, कोई पुटन वाला पैदा नहीं सी होया। ते जदों कालमा पंगा पिया फिर उखाड़ के सुट दिते गए। एडे भी सूरमे होए ने, भारी गुमान भरै मन में, मन दे विच अपनी बहादुरी दा दलेरी दा हंकार लैके, कर पर्वत पंख हले ना हलेंगे। वड्डे वड्डे पहाड़ां नूं कहंदे असीं उड़ा दईए, इउं उड़ा दईए जिवें उन्हां दे खंभ लगे होण। वड्डे वड्डे पहाड़ ते उड़ सकदे ने, कहंदे सानूं नहीं कोई उड़ा सकदा। ये सूरमे होए ने। कबीर जी भी कह रहे ने, सूरा सो पहचानिए जो लरै दीन कै हेत, पुरजा पुरजा कट मरै कबू ना छाडै। एडे एडे सूरमे होए ने पातशाह आखण लगे, जिन्हां दे पैर कोई पुट नहीं सकिया, जिन्हां नूं कोई हिला नहीं सकिया, एक कदम ही वो पिछे नहीं सन हटदे, जिवें सुमेर पर्वत पिछे नहीं हटदा, हिल नहीं सके। तोर अरीन मरोर मवासन, माते मतंगन मान मलैंगे। अरीन की हुंदा? अरी दुश्मन। वो पैर गड्ड के एक गल कहंदे सी भी जिहड़े दुश्मन ने ना, मुवासन आकी बागी, जिहड़े राजे दी फौज तो भी नहीं सन चुकदे, जदों ना कोई चुके फिर सिੱਖੀ फौज घली दी है। जदों बाबा जरनैल सिंह दे सिंह चुके नहीं ते फिर सिੱਖੇ होए लड़ाके, 2600 के करीब वो लड़ाके घले बराड़ लिखदा है। और ये वो लड़ाके सन जिन्हां तो कोई बच नहीं सकिया, चुटकियां ਸਿੰਘਾਂ ने विछा के सुट दिते ने परिक्रमा विच। वो कहंदे सी भी असीं जिहड़े अरी ने, जिहड़े वैरी ने, जिहड़े मुआसन बागी ने, सिर दबा लैने, उन्हां ते दबा लए होणगे, पर उन्हां दे सामने कलगीधर दा खालसा नहीं सी। जिथे कलगीधर दे खालसे ने, उथे बाबा जरनैल सिंह दबिया नहीं जाता, सिर ते भावें लै जावे, चुकदा नहीं। खैर ऐसे ऐसियां सिੱਖੀਆਂ फौजां दे मालक राजे, और ऐसियां फौजां सिੱਖੀਆਂ सन जिहड़े आकी कहंदे सी ना भी असीं झुकदे ही नहीं, ना सानू कोई झुका सकिया है। ऐसे पैर गड्ड के ये सूरमे लड़दे सन। तोर अरीन मरोर मवासन, मुवासन आकियां बागियां नूं अड़ियां होइयां दियां धौणां मरोड़ मरोड़ के सुट दिंदे सन। एडे एडे ताकतवर राजे होए ने। माते मतंगन मान मलैंगे, मस्त हाथी हंकारे हाथी जिहड़े सन, उन्हां दे माण नूं भी मल के सुट दिता जांदा सी। हाथी भी ढा लए जांदे सन। हाथियां नूं धौण वाले भी सूरमे पैदा होए ने। वड्डे वड्डे शक्तिशाली राजे सन, जिन्हां ने बड़े बड़े बागियां दीयां धौणां मरोड़ियां, और वो बागी अपने आप नूं हाथियां नालों भी
आखदे सन भी असी मस्त हाँ, हाथी दी धौण ते मरोड़ी जा सकती है, साडी नहीं। पर इन्हां ने बाहूबल ना मरोड़ी हुई सी, इन्नियां ताकतां राजियां कोल होईयां। गल किरपा दी है जिहदे ते हो गई है, जिहदे कोल ये बरकतां ने। पर बादशाह आखण लगे बाहां च ते बड़ा जोर सी, बाहूबल ते बड़ा सी। श्री पत श्री भगवान कृपा बिना, त्याग जहान निधान चलेंगे। इन्नियां ताकतां उन्हां दे कोल आ गईयां, जे रब दी किरपा नहीं ना लै सके। क्योंकि देखो कली ताकत निर्दयी बना दिंदी है बंदे को। जे तुहाडे विच दया नहीं, सिमरन नहीं, भगती नहीं, ते तुहाडी तलवार जुल्म करेगी जिवें औरंगजेब करता रहा है। ते जे तुहाडे कोल भगती है शक्ति दे नाल नाल, ते तुहाडी तलवार राजा रणजीत सिंह वांगू न्याय लई उठेगी। ये गल उन्हां दी है जिन्हां कोल भगती नहीं सी, जिन्हां दे कोल केवल शक्ति सी। बादशाह आखण लगे उस परमात्मा दी किरपा तो बिना याद रखियो, नितनेम तो बिना, सिमरन तो बिना, सत संगत तो बिना, अमृत वेले तो बिना, वाहिगुरू दा जाप करे तो बिना, भावें तेरे कोल इन्नी भी ताकत होई ना, ते दुनिया तो एक ना एक दिन निधान अंत नूं कहंदे ने। अंत नूं तैनूं जाना पैना है। कोई नाम लैण वाला इत्थे नहीं रहेगा, कोई तैनूं याद करने वाला इत्थे नहीं रहेगा। ऐसे ऐसे राजे वीर अपार बड़े परियार, अब चार है सार की धार पछैया। कहंदे एडे बेखौफ सन जदों मैदान विच पैर गड्ड देने। ऐसी वडियाई कलगीधर दी कलम ने कीती है, कोई नहीं कर सकिया। जे सूरबीरां दी कीती है ते फिर भी बेअंत, जे बुजदिलां बारे लिखिया ते फिर भी बेअंत। वो कहंदे भी जदों मैदाने जंग विच खलोंदे सी ना, वो सूरमे बड़े बरियार, बरियार कहंदे ने बल वालियां नूं। अबे चार है सार कहंदे ने शस्त्र, अबे चार है सार की धार पछैया। खलो के ना ऐदां मैदाने जंग विच पैर गड्ड के कहंदे सी भी असीं ते जख्म चखण लई आए हैं। उन्हां दी छाती वर्ज बन के वड्डे वड्डे शस्त्रां दी मार झलदी रही। ऐसे वो सिखे हुए सूरमे सन। बादशाह आखण लगे बड़े आनंद नाल शस्त्रां दी मार सीने उत्ते चलदे सन, दुश्मन तो बेखौफ हो के जूझदे सन। इदां खलो जांदे सन मैदाने जंग विच। तोरत देश मलिंद मवासन, माते गजान के मान मलैया। मैदाने जंग विच खलोते हुए मलिंद की हुंदा है? किसे नूं मलना। मवासन की हुंदा? आकी। जेड़े अज तक आकी किसे तो मले नहीं गए, किसे तो झुके नहीं। बापू कहंदा मैं तकिया है, उन्हां नूं मल मल के सुट दिंदे सी मैदाने जंग अंदर, मल मल के मिट्टी ते विछा दिंदे सी। माते गजान के मान मलैया। ये ते तुसीं भी वेखिया, ये मैं बचन कह के फतेह बुलावा। ये तुसीं भी वेखिया भी ये बचित्र सिंह कोल ताकत सी हाथियां नूं मल के सुटण दी। खैर बचित्र सिंह दीयां कलियां बाहां विच ही ताकत नहीं सी, उहदे अंदर भी कलगीधर बैठा सी। इन्हां दे अंदर रब नहीं सी। इन्हां दा तां कोई नाम नहीं लैंदा ते बचित्र सिंह दी बल्ले बल्ले है कि नहीं। भाई बचित्र सिंह कोल इन्नी ताकत सी, जदों हाथी नाल लड़न लगा ना ते वापस मुड़ आया। मैं संखेप विच ही दस्सां, वो बूहे कोलों मुड़ आया। कलगीधर कहंदे डर गया। अकीदा वेखियो, महाराज की बाणी नूं आपां खंडन करते हैं, कित्थे असीं ते कित्थे वो शरधा वाले सिख। वेखियो कलगीधर कोल की है। वो कहंदे बचित्र सिंघा डर गया? कहंदा जी नहीं। ते कहंदे मुड़ क्यों आया? तेनू हुक्म लाया हाथी ढाउणा है, तू मंग के सेवा लई है, दुनी खंड दौड़ गया, हाथी ढाउणा, मुड़ क्यों आया? ते बचित्र सिंह आखण लगा बापू हाथी बंदियां तो नहीं ढाइंदे, अज तक नहीं ढाए। ते नीवा जिहा होके चरनां विच बह गया। फिर चाहुंदा की है? कोई होर सिंह घल्लीए। ते नीवा जिहा होके आखण लगा बापू किते तू थापड़ा दे दवें, ये हाथी ते की, ये हाथी ते कख भी नहीं।
जे तू किते इस कंध उत्ते थापड़ा दे दवें, मह मह में हाथी क्या बपरो जो अर सकै अगारी, सुनियो सुर्ग में एक ऐरावत तिसको लहूं मारी। जे तू थापड़ा दे दवे आ हाथी दे की सुनिया है, इंद्र दे कोल एक ऐरावत हाथी है, ओनू भी सुंडो तू के तेरे चरनां च सुट दवा। ये हाथी ते की है, तू किते थापड़ा दवें ते इंद्र दा हाथी भी खो के तेरे कोल लिया सकदा है। मेरे कोल कख नहीं है, कीड़े किते हाथी ना नहीं लड़ सके, खेड़ तेरे थापड़े च लुकी हुई है। इन्ना अदब, इन्ना भरोसा ते साडे कोल की है? आ कहने गुरु दी बाणी, 1.25 लाख ना गुरु किदां लड़ा लिया, हाथी ना गुरु किदां लड़ा लिया। इसे करके ते तर्क करन वाले दी एक भी 20 सालां दे शहीदी नहीं, ते जिन्हां दा अकीदा उन्हां दी 9.5 लाख शहीदी पई है पंथ विच। तर्क कोल कुछ नहीं हुंदा, फिर तो निक्का जिहा न्याणा भी मोड़ ते खलोता कह दिंदा बाबा चोला पाया ही रब विखा दे किथे। तर्क करना कोई औखा? क्वेश्चन कित्थों राई है? अज्ञानता चो, अधूरेपन चो। जिन्होंने समझ कोई नहीं वो क्वेश्चन करता, तर्क करता, जेड़ा पूरा है वो जवाब देगा, वो आंसर करेगा। ते न्याणा सवाल करता रब किथे? हुण न्याणे नूं किदां समझावे? इन्हां दी सुरती न्याणे वाली आ, अज तक नहीं न्याणिਆਂ नूं समझाया गया भी रब किथे रहिंदा। खप गया कह कह के भी फुल्लां दी खुशबू ही माणी जाती है, ददारे नहीं हुंदे। समझ नहीं आती इन्हां जिन्हां नूं थापड़े ते भरोसा है, इतिहास गवाह है, नागणी लैके घोड़े ते चढ़िया, 7 तवे इत्थे वजे ने मथे ते, ते जेड़े वाही करते ना वीर, उन्होंने पता तवियां की परत कितनी मोटी होती है। 7 तवे मथे ते बजे ते संजो सारे शरीर ते है। मारे ते मारे किथे वर्षा, नागणी मारे किथे, नागणी किथे तवे चों लंघनी सी, पर इथे थापड़ा कलगीधर दा है। जदों रकाब ते पैर रख के तां खलो के चढ़ के घोड़े दे उत्ते, चढ़ के घोड़े दे लक दे उत्ते ते लैके कलगीधर दा नाम खिच के नागनी मथे विच मारी। 7 तवे चीर के हाथी दा मथा इदां विन दिता जिवें मक्खण नूं छुरी वेंदी है। कि ये हो सकदा? मैं गुरु ग्रंथ साहिब तो पुछना, नहीं तो कहना बाबा गप्पा वड्डी जाता। इतिहास हो बाणी नूं पुछ लईए, हो सकदा है? बापू कहंदा छड्ड खैड़ा सिंह बिलाई होए गयो, तृण मेर दखीता। जेड़े ओदे शरणी आ गए, शेरां वर्गे दुश्मन भी उन्हां दे पैरां विच बिल्लियां बण डिग पैंदे ने। नगीरत बुझो मेशू आहू गुजर, जेड़ा शेर की शरण आ गया, जेदी पिठ ते कलगीधर शेर बन के खलो जावे, ओदे अगे लखां गिदड़ां दीयां डारां खलोणा ते की अगों लंघदियां भी नहीं डरदियां। ऐसियां बरकतां ने ओदे थापड़े विच। ते बापू कहंदा इत्थे वड्डे वड्डे शेर बिल्लियां बन जांदे ने, ते जेड़ा ओदे चरनी आ गया, तृण मेर दखीता, एक कख वर्गा बचित्र सिंह सुमेर वर्गा पहाड़ बना दिता उसने। ये बरकतां ने, इहदा अंतरीव अर्थ हो रहा, पर इस सकूल अंतरीव अर्थ दे भी हंकार शेर वर्गा बाणी पढ़न दे अगे बिली हो जाता है। पर इत्थे डांग की गल चल रही है, ते अंतरीव मैं नाल तुहानूं माड़ा तां दसदा, ते ये बड़ी छेती गल फड़दे ने। लो जी, उहदे अर्थ गलत सी। जिद्दां इन्हां नूं गुरु नानक साहिब ने टीका वखरा दिता भी आ अर्थ करिया कर, साडे गलत ने, इन्हां दे सारे ठीक, इन्हां दे सारे ठीक दे तर्क करन वाले दा सब कुछ ठीक। ये आखण दसम की बाणी बाणी नहीं, ठीक है जी। भट्टा की बाणी बाणी नहीं, ठीक है। सूर्य प्रकाश इतिहास नहीं, ठीक है। जे अं आखिए बाणी है इतिहास है, सब आखणगे सबूत दो। तो मैं पूछा वीर जी भी तुसीं किहड़े सबूत नाल खंडन कर रहे हो, भी लै आओ। उन्हें वो तो है नहीं, बस साडी विचार ही है भी तुहाडी विचार ते असीं किताबां चुकी फिरीए तुहानूं सबूत भी चौधरी लगे ने।
ਅਸੀਂ ਤੇ ਉਹ ਸੁਣਾ ਰਹੇ ਹਾਂ जो 400 साल तो पंथ सुणाਉਂਦਾ आ रहा है। ये इदां ही 1699 तो अकीदा रहा, भावें वो बाबा जरनैल सिंह सी, मस्कीन जी सी, ज्ञानी मान सिंह चौर वर्गे महात्मा सी, यही कुछ सुणाਉਂਦੇ रहे ने। अवस्था ठीक है, उन्होंने बहुत उच्ची है, असी भाई उन्होंने चरणा वर्गे नहीं, पर ये तो 20 सालों तो ही कहा क्यारी उठी है तर्क करने वाली। फसल तो बड़ी पुरानी है सिखी की, कां क्यारी होगी, कां क्यारी को फिर कई बार पुटना पैंदा। विचार ना समझाओ, प्रेम नाल समझाओ, नहीं समझते तो काला भांडा है, दूर हो जाओ, काल खिलावेगा। ये मांजने आते ने पंथ में, जिहदी सेवा लगे वो मांज लैंदा, इह च कोई दो राय नहीं। जदों प्रेम ना कोई ना समझे, ठीक है असीं विचार ना समझाया, नहीं समझे, किसी होर नूं बापू सेवा दे देवेगा, यह काम चलता ही आया। तो जे कोई आके भी घुरने चों ना निकला तो बचा हो सकता है, घुरने भी ढाने आते हैं पंथ नूं, ये पता नहीं होंदा समय का। इत्थे वैर पंथ नाल नहीं है, गुरु नाल कमाया जा रहा है, तो गुरु नाल वैर कमा के कोई अज तक बच नहीं सकिया। बापू आखण लगा एडे एडे सूरमे होए ने जिन्हां हाथी ढाए ने, पर उन्हां कोल भाई बजित्र सिंह वांग शायद बाहूबल ते सी, पर अंदर प्यार नहीं सी गुरु नाल। गाड़े गढ़ान के तोड़न हार, सो बात नहीं चकचार लवैया। ਵੱਡੇ ਵੱਡੇ किलियां जिवें हरी सिंह नलवा ने जमरौद का किला फतेह किया, गाड़े गढ़ान के तोड़न हार, वो कैसल वो किले जिन्होंने कोई तोड़ नहीं सकिया, इन्हां सूरमियां तोड़े सन। की कहते ने, सो बात नहीं चकचार लवैया। इन्ना खौफ सी इन्हां सूरमियां दा भी कई जगह जंग लड़नी नहीं गए, खबर ही पहुंचा देंदे सी भी हरी सिंह नलवा आ रहा है, जूआं छड्ड जांदे सी, उदां ही राजी कई उन्हां ना च इन्नी ताकत है। इदां दे बड़े सूरमे होए। हरी सिंह नलूए का केवल मैं जिक्र कर रहा, उहदे विच ताकत भी सी ते अकीदा भी सी। इन्हां कोल ताकत सी पर अकीदा नहीं सी। जे ताकत दे नाल शरधा हुंदी, रब दा प्रेम हुंदा ते हरी सिंह नलूए वांग अमर हो जांदे। इत्थे ते इदां दा नाम नहीं लिखिया बाबा, नाम ओहदा जिहदे कोल सिमरन है। गुरु महाराज आखण लगे, सो बात नहीं चकचार लवैया। ऐसे राजे दुनिया ते होए जिन्हां ने गल्लां नाल ही कई कई दिशावां जित लईआं, जिन्हां दीयां गल्लां सुण के ही दुश्मन भज जांदे सन, जिन्हां दी तलवार दी धार दी साखी सुण के ही वड्डे वड्डे शत्रु देश छड्ड जांदे सन, भी आ गया ते पल्ले कख नहीं छड्डेगा। दीन दुनिया दे बादशाह आखण लगे, साहेब श्री सब को सिर नायक, जाचक अनेक सो एक दवैया। भावें के किलियां नूं भन्नण वाले सूरमे होए ने, भावें के अरियां नूं वैरियां नूं मरोड़न वाले, मुआसनां नूं मरोड़न वाले, सुमेर पर्वत नालों भी मजबूत पैर गढ़ण वाले मैदाने जंग विच सूरमे होए ने। भावें कि यह सुमेर झुक जाए, ये सूरमे पर्वतां नूं भी ताकतवर सन, कदी झुके नहीं। पर याद रखियो, उस नारायण प्रभु खसम दे अगे इन्हां नूं भी झुक के अंत नूं जाना पिया। काल अगे ये भी झुके ने। साहिब श्री सब को सिर नायक, जाचक अनेक सो एक दवैया। इदां दी ताकत वाले बेअंत सूरमे, उन्होंने भी ये गल समझ लैनी चाहिए। माण ना करो जे तुहाडे कोल इन्नी ताकत भी आ जाए, सारियां दा मालक अकाल पुरख है, उहदे अगे तुहानूं भी एक दिन झुकना पैना है। भीमचंद इन्ना भी तेरे कोल समर्था ताकत आ जाए, उहदे चरनां विच जाचक अनेक सो एक दवैया। जाचक कौन है? मंगण वाला, जो मंगदे ने। एडे एडे दातार अखवाउण वाले सूरबीर भी खसम दे दर ते भिखिया मंगदे हुए नजर आउंदे ने। एडे एडे भी अकाल पुरख दे अगे झुकदे ने। सो एक दवैया, मंगण वाले बेअंत ने। किहदे अगे? नायक, स्वामी अगे, अकाल पुरख अगे, खसम अगे, श्रोमणी साहिब श्री। साहिब कहंदे ने सारियां दा मालक, श्री श्रोमणी, सारियां नूं उच्चा सुच्चा, सब को सिर नायक, सारियां दे सिर दा स्वामी है, खसम है।
ਮਾਲਕ ਹੈ। ਇਹਨੇ ਪਾਤਸ਼ਾਹ ਹੋਏ ਨੇ ਦੁਨੀਆ ਤੇ, ਉਹਨਾਂ ਸਾਰਿਆਂ ਦਾ ਪਾਤਸ਼ਾਹ ਹੈ। ਤੇ ਪਾਤਸ਼ਾਹ ਐਸਾ ਹੈ ਜਾਚਕ ਅਨੇਕ ਸੋ ਏਕ ਦਵਈਆ, ਅਨੇਕਾਂ ਹੀ ਰਾਜੇ ਉਸ ਦੇ ਦਰ ਤੇ ਭਿਖਾਰੀ ਬਣ ਕੇ ਮੰਗ ਰਹੇ ਨੇ, ਅਨੇਕਾਂ ਹੀ ਉਹਦੇ ਦਰ ਤੇ ਝੁਕ ਕੇ ਮੰਗਦੇ ਨੇ। ਯਾਦ ਰੱਖਿਓ ਸਾਰਿਆਂ ਦੀ ਪਰਵਰਿਸ਼ ਕਰਨ ਵਾਲਾ ਉਹ ਪਰਵਰਦੀਗਾਰ ਹੈ, ਉਹਦੇ ਕੋਲੋਂ ਹੀ ਸਿੱਖ ਨੇ ਮੰਗਣਾ ਹੈ। ਹੋਰ ਕਿਸੇ ਅੱਗੇ ਸਿੱਖ ਝੋਲੀ ਨਹੀਂ ਅੜਦਾ। ਝੋਲੀ ਇੱਕ ਹੈ ਤੇ ਕਲਗੀਧਰ ਵੀ ਇੱਕ ਹੈ, ਬਾਪੂ ਇੱਕ ਹੈ ਤੇ ਝੋਲੀ ਵੀ ਇੱਕ ਹੈ, ਤੇ ਇੱਕੇ ਅੱਗੇ ਹੀ ਅੱਡੀ ਜਾਂਦੀ ਹੈ, ਜਗ੍ਹਾ ਜਗ੍ਹਾ ਨਹੀਂ। ਉਹਦੇ ਵਿੱਚ ਤਾਕਤਾਂ ਨੇ, ਉਹਦੇ ਅੱਗੇ ਹੀ ਸਾਨੂੰ ਝੁਕਣਾ ਚਾਹੀਦਾ ਹੈ। ਤੂੰ ਭੰਨਣ ਘੜਨ ਸਮਰੱਥ ਹੈ। ਜਿਹੜੇ ਅੜ ਗਏ ਉਹਨਾਂ ਨੂੰ ਭੰਨ ਵੀ ਲੈਂਦਾ ਹੈ, ਜਿਹੜੇ ਪਹਿਲਾਂ ਹੀ ਝੜ ਗਏ ਉਹਨਾਂ ਨੂੰ ਚਰਨੀ ਲਾ ਲੈਂਦਾ ਹੈ। ਇਸ ਕਰਕੇ ਵੱਡਿਓਂ ਵੱਡੇ ਉਹਦੇ ਅੱਗੇ ਝੁਕਦੇ ਨੇ। ਐਸੇ ਅਕਾਲ ਪੁਰਖ ਦੇ ਬਾਰੇ ਪਾਤਸ਼ਾਹ ਕਹਿੰਦੇ ਨੇ, ਤਾਕਤ ਦਾ ਮਾਣ ਨਹੀਂ ਕਰਨਾ, ਹੰਕਾਰ ਨਹੀਂ ਕਰਨਾ, ਸਦਾ ਉਹਦੇ ਚਰਨਾਂ ਵਿੱਚ ਅਕੀਦਾ ਰੱਖਣਾ ਹੈ। ਨਹੀਂ ਤੇ ਕਈ ਆਏ ਨੇ, ਕਈ ਇੱਥੋਂ ਚਲੇ ਗਏ ਨੇ, ਕੋਈ ਨਾਮ ਲੈਣ ਵਾਲਾ ਨਹੀਂ ਰਿਹਾ। ਜਿਨ੍ਹਾਂ ਕੋਲ ਤਾਕਤ ਸੀ ਨਾਲ ਝੁਕ ਵੀ ਗਏ, ਉਹਨਾਂ ਬਚਿੱਤਰ ਸਿੰਘ ਉਹਨਾਂ ਨੂੰ ਅਮਰ ਕਰ ਗਿਆ ਹੈ। ਇਸ ਕਰਕੇ ਉਹਦੇ ਚਰਨਾਂ ਵਿੱਚ ਸਦਾ ਆਪਣੇ ਮਨ ਨੂੰ ਤਨ ਨੂੰ ਝੁਕਾ ਕੇ ਰੱਖਣਾ ਹੈ। ਇੱਥੇ ਸਮਾਪਤੀ ਕਰੀਏ ਜੀ। ਗੁਰੂ ਮਹਾਰਾਜ ਦੀ ਕਿਰਪਾ ਸਦਕਾ 6 ਸੋਈਆਂ ਦੀ ਕਥਾ ਹੋ ਗਈ ਹੈ। ਕੱਲ ਨੂੰ ਫਿਰ ਆਰੰਭ ਕਰਾਂਗੇ। ਦਾਨਵ ਦੇਵ ਫਨਿੰਦ ਨਿਸ਼ਾਚਰ ਭੂਤ ਭਵਿੱਖ ਭਵਾਨ ਜਪਾਂਗੇ। ਉਹ ਜਾਂਦੇ ਨੇ ਰਚਨਾ ਹਿੰਦੂ ਕਵੀ ਦੀ ਹੈ, ਉਹ ਜਾਂਦੇ ਨੇ ਉਹਨਾਂ ਜੋਗੀ ਜੰਗਮਾਂ ਦੀ ਹੈ। ਹੁਣ ਉਹਨਾਂ ਨੇ ਪਾਤਸ਼ਾਹ ਨੇ ਅਗਲੇ ਸੋਈਏ 'ਚ ਉਹਨਾਂ ਬਾਰੇ ਦਰਸਾਉਣਾ ਹੈ ਵੀ ਇਹ ਭੂਤਾਂ ਪ੍ਰੇਤਾਂ ਦੇ ਪੱਲੇ ਕੱਖ ਨਹੀਂ ਹੈ, ਸਾਰੇ ਅਕਾਲ ਪੁਰਖ ਨੂੰ ਹੀ ਪੂਜਦੇ ਨੇ, ਸਿੱਧੇ ਖਸਮ ਦੇ ਚਰਨ ਪੜ ਲਓ। ਇੱਥੇ ਆਪਾਂ ਸਮਾਪਤੀ ਕਰੀਏ ਜੀ। ਆਪ ਸੰਗਤਾਂ ਨੇ ਬੜੇ ਪ੍ਰੇਮ ਸਹਿਤ ਲੰਮੇ ਸਮੇਂ ਤੋਂ ਬੈਠ ਕਰਕੇ ਵਿਚਾਰਾਂ ਸੁਣੀਆਂ ਨੇ। ਸੰਗਤ ਦਾ ਧੰਨਵਾਦ। ਸਾਹਿਬੇ ਕਮਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਧੰਨਵਾਦ। ਗੱਜ ਵੱਜ ਕੇ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾ ਪਾਇਆ ਸਹਿਜ ਸੇਤੀ ਮਨ ਵਜਿਆ। ਵਾਧਾਈਆ ਰਾਗ ਰਤਨ ਪਰਵਾਰ ਪਰਿਆ। ਸ਼ਬਦ ਗਾਵੜ ਆਈਆ ਸ਼ਬਦੋ ਤਾ ਗਾਵੋ ਹਰੀ ਕੇਰਾ। ਮਨ ਜਿਨੀ ਵਸਾਇਆ ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ। ਦੁਖ ਸਭ ਵਿਸਾਰਨਾ ਅੰਗੀਕਾਰ ਹੋ ਕਰੇ ਤੇਰਾ ਕਾਰਨ ਸਭ ਸਵਾਰਨਾ। ਸ਼ਬਨਾ ਗਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ। ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ। ਕਰਤਾ ਤੇਰੇ ਸਭ ਕੁਝ ਹੈ ਜਿਸ ਦੇ ਸੋ ਪਾਵੇ। ਸਦਾ ਸਿਖ ਸਾਰਾ ਤੇਰੀ ਨਾਮ ਮਨ ਵਸਾਵੇ। ਨਾਮ ਜਨ ਕਿਆ ਮਨ ਵਸਿਆ ਵਾਜੇ ਸ਼ਬਦ ਕਨੇਰੇ। ਕਹੈ ਨਾਨਕ ਸੱਚੇ ਸਾਹਿਬੋ ਕਿਆ ਨਾਹੀ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੋ। ਸਾਚ ਨਾਮੇ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆ। ਕਰ ਸ਼ਾਂਤ ਸੁਖਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆ। ਸਦਾ ਕੁਰਬਾਨ ਕੀਤਾ ਗੁਰ ਵਿਟਾ। ਜਿਸ ਦੀਆਂ ਇਹ ਵਡਿਆਈਆ। ਕਹੈ ਨਾਨਕ ਸੁਣੋ ਸੰਤ ਹੋ ਸਭ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੈ। ਕਰ ਸੁਭਾਗੈ ਸ਼ਬਦ ਵਾਜੇ। ਕਲਾ ਜਿਤ ਕਰ ਧਾਰੀਆ। ਪੰਚ ਦੂਤ ਦਵਤ ਕੀਤੇ। ਕਾਲ ਕੰਠ ਕੁਮਾਰਿਆ। ਤੁਰ ਕਰਮ ਪਾਇਆ ਤਦ ਜਿਨ ਕੋ ਸੇ ਨਾਮ ਹਰ ਕੇ ਲਾਗੇ। ਕਹੈ ਨਾਨਕ ਤਹਿ ਸੁਖ ਹੋਆ ਤਿਤ ਕਰ ਅਨਹਦ ਵਾਜੇ। ਅਨਹਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੈ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਾ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ। ਵਾਜੇ ਅਨਹਦ ਸ਼ਲੋਕ ਪਵਨ ਗੁਰੂ ਪਾਣੀ ਪਿਤਾ। ਮਾਤਾ ਧਰਤ ਮਹਤ ਦਿਵਸ ਰਾਤ ਦੋਇ ਦਾਈ ਦਾਇਆ। ਚਗਿਆਈਆ ਬੁਰਿਆਈਆ ਵਾਚੈ ਧਰਮ ਹਦੂਰ। ਕਰਮੇ ਆਪੋ ਆਪਣੀ ਕੇ ਨੇੜੇ ਕੇ ਦੂਰ। ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ। ਤੇ ਮੁਖੀ ਉਜਲੇ ਕੀਤੀ ਛੁਟੀ
ਨਾਨਕ ਤੇ ਮੁਖ ਉਜਲੇ ਕੀਤੀ ਸੁਖੀ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿਰਦਾ